ਦਰਸ਼ਨ ਦੇ ਮੰਗ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਿਨੰਤੀ ਸੁਣ ਪ੍ਰਭ ਮੇਰੇ, ਦੇਖ ਨਾਮ ਕਰ ਆਪਣੇ ਚੇਰੇ। ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਹੇ ਅਜਿਤ ਸੂਰ ਸੰਗਰਾਮੰ, ਅਤ ਬਲਨਾ ਬਹੁ ਮਰਦਨ ਹੈ। ਗਣ ਗੰਧਰਵ ਦੇਵ ਮਨੁੱਖਯੰ, ਪਸ ਪੰਖੀ ਬੇਹ ਮੋਹਨ ਹੈ। ਕਰਨ ਹਰ ਕਰਨ ਹਾਰੰ ਨਮਸਕਾਰੰ, ਸਰਣ ਨਾਨਕ ਜਗਦੀਸ਼ਵਰ ਹੈ। ਗਣ ਗੰਧਰਵ ਦੇਵ ਮਾਨੁਖਯੰ, ਪਸ ਪੰਖੀ ਬੇਮੋਹਨ ਹੈ। ਹਰ ਕਰਨ ਹਾਰੰ ਨਮਸਕਾਰੰ, ਸਰਣ ਨਾਨਕ ਜਗਦੀਸ਼ਵਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਆਪਾਂ ਸਭ ਬਹੁਤ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅਸੀਂ ਤੁਸੀਂ ਸਾਰੇ ਜਾਣੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸੇਵਾ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦਇਆ ਕਰ ਰਹੇ ਨੇ ਆਪਣੇ ਤੇ। ਆਪਾਂ ਅਲਾਹੀ ਬਾਣੀ, ਦਰਗਾਹੀ ਬਾਣੀ, ਧੁਰ ਕੀ ਬਾਣੀ ਦੇ ਜਾਪ ਕੰਨਾਂ ਦੇ ਨਾਲ ਸਰਵਣ ਵੀ ਕਰ ਰਹੇ ਹਾਂ, ਔਰ ਸਾਧ ਸੰਗਤ ਜੀ ਰਸਨਾ ਦੇ ਨਾਲ ਜਪ ਵੀ ਰਹੇ ਹਾਂ। ਨੇਤਰਾਂ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਦੀਦਾਰ ਵੀ ਕਰ ਰਹੇ ਹਾਂ। ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਹਨ। ਜਦੋਂ ਘੋਰ ਕਲੂ ਕਾਲ ਦੇ ਸਮੇਂ ਦੇ ਵਿੱਚ ਕੋਈ ਬਿਮਾਰੀ ਦੇ ਨਾਲ ਹਾਏ ਬਿਰਲਾਪ ਕਰ ਰਿਹਾ ਹੈ, ਕੋਈ ਸਰੀਰ ਦੇ ਦੁੱਖਾਂ ਕਰਕੇ ਸੜ ਵਲ ਰਿਹਾ ਹੈ, ਕੋਈ ਲੜਾਈਆਂ ਝਗੜੇ ਕਰਦਾ ਹੈ, ਕੋਈ ਨਸ਼ਿਆਂ ਦੇ ਵਿੱਚ ਵਿਕਾਰਾਂ ਦੇ ਵਿੱਚ ਫਸਿਆ ਪਿਆ ਹੈ। ਇਸ ਕਲਯੁਗ ਦੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਾਂ ਸਾਰਿਆਂ ਨੂੰ ਆਪਣੇ ਚਰਨ ਕਮਲਾਂ ਦੇ ਵਿੱਚ ਬੈਠਣ ਦਾ ਮੌਕਾ ਬਖਸ਼ਿਆ। ਇਦੋਂ ਵੱਡਾ ਧੰਨਵਾਦ ਸੱਚੇ ਪਾਤਸ਼ਾਹ ਦਾ ਹੋਰ ਕੀ ਹੋ ਸਕਦਾ ਹੈ, ਜੋ ਕਿ ਆਪਾਂ ਸਾਰੇ ਜਾਣੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸੋ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਸਾਧ ਸੰਗਤ ਜੀ ਸੰਤ ਆਸ਼ਰਮ ਸਾਹਿਬ ਦੇ ਜਥੇ ਵੱਲੋਂ ਸਹਿਸਕ੍ਰਿਤੀ ਬਾਣੀ ਦੀ ਵਿਆਖਿਆ ਪ੍ਰਾਰੰਭ ਕੀਤੀ ਹੋਈ ਹੈ, ਜਿਸ ਵਿਆਖਿਆ ਦੇ ਵਿੱਚ ਹੁਣ ਤੱਕ ਜਥੇ ਵੱਲੋਂ 44 ਸ਼ਲੋਕਾਂ ਦੀ ਵਿਆਖਿਆ ਹੋ ਚੁੱਕੀ ਹੈ। ਸ਼ਲੋਕ ਸਹਿਸਕ੍ਰਿਤੀ ਬਾਣੀ ਜਦੋਂ ਅਖੰਡ ਪਾਠ ਸਾਹਿਬ ਦਾ ਜਾਪ ਆਪਣੇ ਘਰਾਂ ਦੇ ਵਿੱਚ ਚੱਲਦਾ ਹੈ, ਤਾਂ ਉਦੋਂ ਸਾਧ ਸੰਗਤ ਜੀ ਭੋਗ ਵਾਲੇ ਦਿਨ ਭਗਤ ਕਬੀਰ ਫਰੀਦ ਮਹਾਰਾਜ ਜੀਆਂ ਦੇ ਸ਼ਲੋਕਾਂ ਤੋਂ ਪਹਿਲਾਂ ਇਹ ਸਹਿਸਕ੍ਰਿਤੀ ਬਾਣੀ ਦੀ ਪ੍ਰਾਰੰਭਤਾ ਹੋ ਜਾਂਦੀ ਹੈ।
4 ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹ ਗੋਪਾਲ ਦੱਤ ਪੰਡਤ ਨੂੰ ਗਿਆਨ ਕਰਵਾਇਆ ਸੀ, ਹੰਕਾਰ ਤੋਂ ਰਹਿਤ ਕੀਤਾ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਦੇ ਕਰਦੇ ਬਨਾਰਸ ਕਾਸ਼ੀ ਵਿੱਚ ਪਹੁੰਚੇ ਸਨ। ਇਸ ਤੋਂ ਅੱਗੇ ਉਹਨਾਂ ਦੇ ਪੰਡਤ ਗੋਪਾਲ ਦੱਤ ਦੇ ਪੁੱਤਰ ਅਤੇ ਪੋਤਰੇ ਬੜੇ ਤਕੜੇ ਸਹਿਸਕ੍ਰਿਤੀ ਦੇ, ਸੰਸਕ੍ਰਿਤ ਦੇ ਵਿਦਵਾਨ ਸਨ। ਜਦੋਂ ਗੋਪਾਲ ਦੱਤ ਪੰਡਤ ਦਾ ਪੁੱਤਰ ਚੜ੍ਹਾਈ ਕੀਤਾ ਤਾਂ ਇਹਦੇ ਪੋਤਰਿਆਂ ਨੂੰ ਬੜਾ ਬੈਰਾਗ ਲੱਗਿਆ। ਮਨ ਨੂੰ ਸ਼ਾਂਤ ਕਰਨ ਵਾਸਤੇ ਵਿਦਵਾਨ ਸੱਜਣਾ ਦੀ ਸੰਗਤ ਕਰਦੇ ਐ, ਪਰ ਮਨ ਸ਼ਾਂਤ ਨਹੀਂ ਹੋ ਰਿਹਾ। ਮਨ ਨੂੰ ਸ਼ਾਂਤ ਕਰਨ ਦੇ ਵਾਸਤੇ ਅੱਜ ਇਹਨਾਂ ਨੇ ਪੁਸਤਕਾਲਿਆ, ਜਿਸ ਨੂੰ ਅਸੀਂ ਲਾਇਬ੍ਰੇਰੀ ਕਹਿੰਦੇ ਹਾਂ, ਉਸ ਨੂੰ ਖੋਜਣਾ, ਭਾਲਣਾ, ਸਰਚ ਕਰਨਾ ਕੀਤਾ ਕਿ ਕੋਈ ਐਸੀ ਬਾਣੀ ਮਿਲ ਜਾਏ ਜਿਸ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਉਹਦਾ ਦੀਦਾਰ ਕਰਕੇ ਮਨ ਸ਼ਾਂਤ ਹੋ ਜਾਵੇ। ਜਦੋਂ ਗ੍ਰੰਥ ਪੋਥੀਆਂ ਭਾਲੇ ਗਏ, ਲੱਭੇ ਖੋਜੇ ਗਏ, ਉਹਨਾਂ ਪੋਥੀਆਂ ਦੇ ਵਿੱਚੋਂ 4 ਸ਼ਬਦਾਂ ਦੀ ਪ੍ਰਾਪਤੀ ਹੁੰਦੀ ਹੈ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵੀ ਭੂਖਣ ਸਾਰੰ, ਤ੍ਰੈਪਾਲ ਤੇ ਖਲ ਵਿਚਾਰੰ। ਇਹਨਾਂ ਸ਼ਬਦਾਂ ਦੀ ਪ੍ਰਾਪਤੀ ਹੁੰਦੀ ਹੈ। ਜਿਉਂ-ਜਿਉਂ ਇਹਨਾਂ 4 ਸ਼ਬਦਾਂ ਦਾ ਅਭਿਆਸ ਕਰ ਰਹੇ ਨੇ, ਉਹਨਾਂ ਨੂੰ ਪੜ੍ਹ ਰਹੇ ਹਨ, ਤਿਉਂ-ਤਿਉਂ ਮਨ ਸ਼ਾਂਤ ਹੁੰਦਾ ਜਾ ਰਿਹਾ ਹੈ। ਮਨ ਦੀ ਭਟਕਣਾ ਸੰਸਾਰੀ ਪਦਾਰਥਾਂ ਦੇ ਮਗਰ ਲੱਗ ਕੇ ਹੋਇਆ ਕਰਦੀ ਹੈ। ਜਿਉਂ-ਜਿਉਂ ਸਾਡੀ ਅਟੈਚਮੈਂਟ ਸੰਸਾਰੀ ਪਦਾਰਥਾਂ ਵੱਲੋਂ ਘਟਦੀ ਜਾਏਗੀ, ਸਾਡੀ ਚਿੱਤ ਬਿਰਤੀ ਨਾਮ ਸਿਮਰਨ ਦੇ ਵੱਲ ਲੱਗਦੀ ਜਾਏਗੀ, ਤਿਉਂ-ਤਿਉਂ ਪਦਾਰਥ ਵੀ ਆਉਣੇ ਸ਼ੁਰੂ ਹੋ ਜਾਣਗੇ ਅਤੇ ਪ੍ਰਭੂ ਚਰਨਾਂ ਦਾ ਪਿਆਰ ਵੀ ਆਉਣਾ ਸ਼ੁਰੂ ਹੋ ਜਾਏਗਾ। ਜਿੰਨੀ ਦੇਰ ਤੱਕ ਸਾਧ ਸੰਗਤ ਸਾਡੀ ਅਟੈਚਮੈਂਟ ਪਦਾਰਥਾਂ ਦੇ ਨਾਲ ਹੋਏਗੀ, ਚੀਜ਼ਾਂ ਦੇ ਨਾਲ ਹੋਏਗੀ, ਉਤਨੀ ਦੇਰ ਤੱਕ ਸਾਡਾ ਮਨ ਚੀਜ਼ਾਂ ਦੀ ਭਾਲ ਕਰਦਾ ਰਹੇਗਾ, ਪਰ ਚੀਜ਼ ਮਿਲੇਗੀ ਨਹੀਂ। ਔਰ ਵਾਹਿਗੁਰੂ ਜੀ ਦੇ ਨਾਮ ਦੇ ਵੱਲੋਂ ਇਹ ਟੁੱਟਿਆ ਹੀ ਰਹੇਗਾ। ਇਹ ਬਚਨ ਸਾਡਾ ਧਿਆਨ ਨਾਲ ਸੁਣਿਓ। ਜਿੰਨੀ ਦੇਰ ਤੱਕ ਅਸੀਂ ਪਦਾਰਥਾਂ ਦੇ ਨਾਲ ਪ੍ਰੇਮ ਕਰਾਂਗੇ, ਪਦਾਰਥਾਂ ਦੀ ਅਟੈਚਮੈਂਟ ਦੇ ਵਿੱਚ ਸਮਾਂ ਬਤੀਤ ਕਰਾਂਗੇ, ਪਦਾਰਥ ਮਿਲੇਗਾ ਨਹੀਂ। ਜਦੋਂ ਪਦਾਰਥਾਂ ਦਾ ਤਿਆਗ ਕਰ ਦੇਵਾਂਗੇ, ਉਦੋਂ ਪਦਾਰਥ ਸਾਡੇ ਮਗਰ ਮਗਰ ਫਿਰੇਗਾ। ਇਹ ਮੇਰੀ ਗੱਲ ਨਹੀਂ, ਸਾਹਿਬ ਜੀਆਂ ਦਾ ਪ੍ਰਵਚਨ ਹੈ। ਰਾਗ ਰਾਮਕਲੀ ਵਿੱਚ ਕਹਿੰਦੇ ਨੇ, ਗੋਹ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੁ ਨਾਨਕ ਜੋ ਤਿਆਗ ਦਈ, ਤਬ ਉਹ ਚਰਨੀ ਆਏ ਪਈ। ਭਗਤ ਕਬੀਰ ਜੀ ਮਹਾਰਾਜ ਸਜੇ ਹੋਏ ਹਨ। ਅਨੇਕਾਂ ਸਾਧੂ ਜਨ ਉਹਨਾਂ ਦੇ ਦੀਦਾਰ ਕਰਨ ਵਾਸਤੇ ਆ ਗਏ। ਕਈ ਸਾਰੇ ਸਾਧੂ ਕੁਟੀਆਂ ਤੋਂ ਬਾਹਰ ਹੀ ਸਜੇ ਹੋਏ ਹਨ। ਕਈ ਸਾਰੇ ਸਾਧੂ ਮਹਾਂਪੁਰਸ਼ਾਂ ਦੇ ਨਾਲ ਪ੍ਰਵਚਨ ਆਦਾਨ ਪ੍ਰਦਾਨ ਹੋ ਰਹੇ ਹਨ। ਇੱਕ ਮਹਾਂਪੁਰਸ਼ ਕਹਿੰਦੇ, ਮਹਾਰਾਜ ਇੱਕ ਬੇਨਤੀ ਕਰੀਏ। ਭਗਤ ਕਬੀਰ ਜੀ ਮਹਾਰਾਜ ਕਹਿੰਦੇ, ਦੱਸੋ। ਕਹਿੰਦੇ, ਬੜੀ ਸੋਹਣੀ ਸੁਨੱਖੀ ਕੁੜੀ, ਸੋਨੇ ਦੀਆਂ ਚੂੜੀਆਂ ਦੇ ਨਾਲ ਬਾਹਾਂ ਭਰੀਆਂ, ਗਲੇ 'ਚ ਸੋਨਾ, ਪੈਰਾਂ 'ਚ ਵੀ, ਸਿਰ ਤੇ ਵੀ ਇੰਨਾ ਸੋਨਾ ਉਹਨੇ ਸਰੀਰ ਦੇ ਉੱਤੇ ਧਾਰਨ ਕੀਤਾ ਹੋਇਆ ਹੈ, ਤੇ ਤੁਸੀਂ ਉਹਨੂੰ ਕੁਟੀਆ ਤੋਂ ਬਾਹਰ ਬਿਠਾਇਆ ਹੈ। ਸੰਤਾਂ ਨੂੰ ਤਾਂ ਅਮੀਰ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਬੜੇ ਬੜੇ ਅਸਥਾਨ ਬਣਾਉਣੇ ਹੁੰਦੇ ਨੇ, ਅਮੀਰਾਂ ਨਹੀਂ ਬਣਾਉਣੇ ਨੇ। ਤੇ ਤੁਸੀਂ ਮਹਾਰਾਜ ਇਹਨਾਂ ਨੂੰ ਬਾਹਰ ਹੀ ਬਿਠਾ ਰੱਖਿਆ। ਸੋਨਾ ਦੇਖੋ ਕਿੰਨਾ ਪਾਇਆ ਉਹਦੇ। ਕਿਰਪਾ ਕਰੋ ਮਹਾਰਾਜ, ਉਹਨੂੰ ਵੀ ਵਿਚਾਰੀ ਨੂੰ ਦਰਸ਼ਨ ਦੇ ਦਿਓ। ਹੁਣ ਜਿਹੜੇ ਸਾਧੂ ਹੁੰਦੇ ਨੇ, ਪੂਰਨ ਸਾਧੂ, ਉਹ ਤਾਂ ਕਿਸੇ ਨੂੰ ਪ੍ਰੇਮ ਭਰੀ ਦ੍ਰਿਸ਼ਟੀ ਨਾਲ ਦੇਖ ਲੈਣ, ਉਹਨੂੰ ਵੀ ਸੰਤ ਬਣਾ ਦਿਆ ਕਰਦੇ ਐ। ਪਾਪ ਕਰਮ ਸਾਡੇ ਨਸ਼ਟ ਕਰ ਦਿੰਦੇ ਐ, ਪਾਪ ਦਗਧ ਕਰ ਦਿਆ ਕਰਦੇ ਹਨ।
ਔਰ ਸਾਡਾ ਹਿਰਦਾ ਪ੍ਰੇਮਾ ਭਗਤੀ ਦੇ ਨਾਲ ਲਵਾ ਲਵ ਭਰਦਿਆ ਕਰਦੇ ਹਨ। ਹੁਣ ਜੇ ਹੋਵੇਗਾ ਹੀ ਅਧੂਰਾ, ਜਿਹੜਾ ਆਪ ਹੀ ਅੱਧਾ ਤੁਰਿਆ ਫਿਰਦਾ ਹੈ, ਉਹ ਸਾਡੇ ਤੇ ਕੀ ਕਿਰਪਾ ਕਰ ਸਕਦਾ ਹੈ। ਜਦੋਂ ਉਹਨਾਂ ਸੰਤ ਜਨਾਂ ਨੇ ਬੇਨਤੀ ਕੀਤੀ, ਮਹਾਰਾਜ ਇਉਂ ਲੱਗਦਾ ਹੈ ਅਮੀਰ ਘਰ ਦੀ ਕੁੜੀ ਹੈ, ਉਹਨੂੰ ਚਰਨਾਂ 'ਚ ਬੁਲਾ ਲੈਣਾ ਚਾਹੀਦਾ ਹੈ। ਭਗਤ ਕਬੀਰ ਜੀ ਮਹਾਰਾਜ ਧੀਮੀ ਜੀ ਆਵਾਜ਼ ਦੇ ਵਿੱਚ ਪ੍ਰਵਚਨ ਦਿੰਦੇ ਹੈ, ਸੰਤੋ ਅਮੀਰਾਂ ਦੀ ਕੁੜੀ ਨਹੀਂ ਇਹ ਮਾਇਆ ਹੈ, ਮਾਇਆ। ਕਹਿਣ ਲੱਗੇ ਮਹਾਰਾਜ ਆ ਦੁਨੀਆਦਾਰ ਤਾਂ ਮਾਇਆ ਦੇ ਮਗਰ ਅੱਡੀ ਚੋਟੀ ਦਾ ਜ਼ੋਰ ਲਾ ਕੇ ਭੱਜੇ ਫਿਰਦੇ ਐ, ਤੇ ਤੁਸੀਂ ਵਿਚਾਰੀ ਦੇਹਲੀਆਂ 'ਚ ਬਿਠਾਈ ਹੈ ਬਾਹਰ ਹੀ, ਇਹਨੂੰ ਬੁਲਾਓ ਅੰਦਰ ਵਿਚਾਰੀ ਨੂੰ। ਕਹਿੰਦੇ ਸੰਤੋ ਸੰਤ ਜਨ ਮਾਇਆ ਤੋਂ ਨਿਰਲੇਪ ਰਹਿੰਦੇ ਹੁੰਦੇ ਨੇ, ਆਪਾਂ ਕੀ ਲੈਣਾ ਇਹ ਤੋਂ, ਆਪਾਂ ਨੂੰ 2 ਟਾਈਮ ਦਾ ਭੋਜਨ ਪ੍ਰਸ਼ਾਦਾ ਮਿਲ ਹੀ ਜਾਂਦਾ ਹੈ। ਕਹਿੰਦੇ ਲੈ ਮਹਾਰਾਜ ਮਾਇਆ ਹੈ, ਕੋਈ ਕੌਤਕ ਹੀ ਦਿਖਾ ਦੇਵੇ ਆਪ ਦਾ। ਮਹਾਰਾਜ ਇਉਂ ਕਰੋ, ਚਲੋ ਆਪਾਂ ਨੂੰ ਤਾਂ ਲੋੜ ਨਹੀਂ, ਇਹਨੂੰ ਕਹੋ ਕਿ ਆਪ ਦਾ ਕੋਈ ਅਜੀਬੋ ਗਰੀਬ ਕੌਤਕ ਦਿਖਾਵੇ। ਕਹਿਣ ਲੱਗੇ ਠੀਕ ਹੈ, ਸਾਨੂੰ ਤਾਂ ਨਹੀਂ ਲੋੜ, ਜੇ ਤੁਹਾਨੂੰ ਜ਼ਰੂਰਤ ਹੈ ਤਾਂ ਅਸੀਂ ਪ੍ਰਵਚਨ ਦੇ ਦਿੰਨੇ ਆ ਇਹਨੂੰ। ਆਖਿਸਤਾ ਆਵਾਜ਼ ਦੇ ਵਿੱਚ ਕਹਿਣ ਲੱਗੇ, ਮਾਇਆ ਅੰਦਰ ਆ ਜਰਾ, ਸੰਤਾਂ ਨੇ ਤੇਰਾ ਕੋਈ ਕੌਤਕ ਵੇਖਣਾ ਹੈ। ਉਹ ਤਾਂ ਵਿਚਾਰੀ ਪਤਾ ਨਹੀਂ ਕਦੋਂ ਕਦੀ ਬੈਠੀ ਸੀ ਬਾਹਰ, ਵੀ ਮੈਨੂੰ ਸੰਤ ਬੁਲਾਣਗੇ, ਮੈਂ ਉਸੇ ਵੇਲੇ ਸੰਤਾਂ ਕੋਲ ਦੌੜ ਕੇ ਚਲੀ ਜਾਵਾਂਗੀ। ਇੱਕ ਪ੍ਰਵਚਨ ਹੋਰ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਾਇਆ ਆਪਣੇ ਆਪ ਤੋਂ 30 ਕੋਹ ਦੂਰ ਰੱਖੀ। ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਮਾਇਆ 15 ਕੋਹ ਦੂਰ ਰੱਖੀ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 6 ਕੋਹ ਤੱਕ ਆਉਣ ਦੀ ਆਗਿਆ ਦੇਤੀ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦਰਾਂ ਤੇ ਬੁਲਾ ਲਈ, ਕਹਿੰਦੇ ਆ ਜਾ ਅੰਦਰ ਕਰ ਲੈ ਸੇਵਾ। ਸਾਧ ਸੰਗਤ ਜਦੋਂ ਮਾਇਆ ਦਰਾਂ ਤੇ ਆ ਗਈ ਨਾ, ਹਰਮੰਦਰ ਸਾਹਿਬ ਦੀ ਗੱਲ ਅਸੀਂ ਕਰ ਰਹੇ ਹਾਂ, ਦਰਬਾਰ ਸਾਹਿਬ ਦੀ, ਜਦੋਂ ਮਾਇਆ ਦਰਾਂ ਤੇ ਆ ਗਈ, ਸ਼੍ਰੀ ਗੁਰੂ ਰਾਮਦਾਸ ਦਾ ਪੁੱਤਰ ਪਿਰਥੀ ਚੰਦ ਦੇ ਦੁਸ਼ਮਣ ਬਣ ਕੇ ਖੜ ਗਿਆ। ਜਦੇ ਕਹਿਣ ਲੱਗਿਆ, ਬਾਪੂ ਕਦੋਂ ਮਰੇਗਾ, ਕਦੋਂ ਮੈਂ ਤੇਰੀ ਗੱਦੀ ਦਾ ਮਾਲਕ ਬਣੂੰਗਾ। ਇਹ ਪ੍ਰਵਚਨ ਗੁਰਬਾਣੀ 'ਚ ਨੇ। ਸਤਿਗੁਰਾਂ ਨੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ 1200 ਨੰਬਰ ਅੰਗ ਤੇ ਕਹਿੰਦੇ ਐ ਆਪ ਦੇ ਪੁੱਤਰ ਨੂੰ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸ ਹੈ ਨਾ ਆਪ। ਐ ਪੁੱਤਰਾ ਬਾਪੂ ਨਾਲ ਹੀ ਲੜਾਈਆਂ ਕਰੀ ਜਾਂਦਾ ਓਏ। ਉਹ ਜਿਸ ਬਾਪੂ ਨੇ ਤੈਨੂੰ ਜੰਮਿਆ ਜਣਿਆ ਸੰਸਾਰ ਤੇ ਲਿਆਂਦਾ, ਜਨਮ ਤੋਂ ਲੈ ਕੇ ਹੁਣ ਤੱਕ ਤੇਰੀ ਪਰਵਰਿਸ਼ ਕੀਤੀ ਆ, ਤੂੰ ਪਿਓ ਨਾਲ ਹੀ ਲੜੀ ਜਾਂਦਾ। ਸ਼੍ਰੀ ਗੁਰੂ ਰਾਮਦਾਸ ਦੇ ਵਚਨ ਨੇ। ਇਹਦਾ ਅਰਥ ਹੈ ਕਿ ਪਿਓ ਦੇ ਨਾਲ ਲੜਨਾ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ। ਜਿਹੜਾ ਜੀਵ ਮਾਤਾ ਪਿਤਾ ਦੇ ਕੀਤੇ ਹੋਏ ਪਰਉਪਕਾਰ ਨੂੰ ਵਿਸਾਰ ਦੇਵੇ, ਪਿਤਾ ਤੇ ਮਾਤਾ ਨਾਲ ਲੜਾਈ ਕਰਦਾ ਹੈ, ਸਕੇ ਭੈਣਾਂ ਭਾਈਆਂ 'ਚ ਝਗੜਾ ਪ੍ਰੇਮ ਨਾਲ ਹੁੰਦਾ, 5 ਮਿੰਟ ਬਾਅਦ ਉਹੀ ਬਣ ਜਾਂਦੇ ਨੇ। ਜਦੋਂ ਵਿਆਹ ਤੋਂ ਬਾਅਦ ਲੜਾਈ ਹੁੰਦੀ ਹੈ, ਉਹ ਵੱਡੇ ਪੱਧਰ ਤੇ ਚਲੀ ਜਾਂਦੀ ਹੈ। ਜਿਹੜੇ ਇੱਕ ਪਰਿਵਾਰ ਦੇ ਮੈਂਬਰ ਹੋ ਕੇ ਲੜਾਈ ਕਰਦੇ, ਏਦੂ ਵੱਡਾ ਪਾਪ ਦੁਨੀਆ ਤੇ ਨਹੀਂ ਹੈਗਾ। ਇੱਕ ਤੁਹਾਨੂੰ ਹੋਰ ਪ੍ਰਮਾਣ ਦੇ ਦਿੰਦੇਗਾ। ਇਹ ਤੀਜਾ ਪ੍ਰਮਾਣ ਅਸੀਂ ਤੁਹਾਨੂੰ ਦੇਣ ਲੱਗੇ ਹਾਂ। ਯਾਦ ਵੀ ਰੱਖਿਓ ਕਿ ਇਤਨੇ ਪ੍ਰਮਾਣ ਦਿੱਤੇ ਗਏ ਨੇ। ਇੱਥੇ ਨਾ ਖੜੋ, ਭਗਤ ਕਬੀਰ ਜੀ ਦੀ ਵਿਚਾਰ ਤੇ ਵਾਪਸ ਮੁੜ ਕੇ ਵੀ ਆਉਣਾ ਹੈ। ਇਹ ਗੁਰੂ ਨਾਨਕ ਦੇਵ ਜੀਆਂ ਦੀ ਸ਼ਰਨ ਵਿੱਚੋਂ 30 ਕੋ ਮਾਇਆ ਦੂਰ ਦਾ ਪ੍ਰਮਾਣ ਵੀ ਦੇ ਦਿੱਤਾ ਤੁਹਾਨੂੰ। ਇੱਥੇ ਬਸ ਨਹੀਂ, ਕਿਸੇ ਨੇ ਪੁੱਛਣਾ ਕੀਤਾ, ਮਹਾਰਾਜ ਕਿਸੇ ਵਿਦਵਾਨ ਸੱਜਣ ਨੂੰ, ਦੁਨੀਆ ਦੇ 4 ਸਵਰਗ ਸਾਨੂੰ ਦੱਸਣਾ ਕਰੋ, 4 ਨਰਕ ਸਾਨੂੰ ਦੱਸਣਾ ਕਰੋ, 3 ਸਵਰਗ ਸਾਨੂੰ ਦੱਸਣਾ ਕਰੋ। ਵਿਦਵਾਨ ਸੱਜਣ ਬੜੇ ਪ੍ਰੇਮ ਨਾਲ ਕਹਿੰਦਾ ਹੈ, ਕਿੱਕਰ ਘਰ, ਕਪੁੱਤ ਘਰ,
ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਕਹਿੰਦੇ ਜਿਹਦੇ ਘਰ ਦੇ ਵਿੱਚ ਕਿੱਕਰ ਕੰਡਿਆਂ ਵਾਲਾ ਦਰਖਤ ਖੜਾ ਹੈ ਨਾ, ਸਮਝੋ ਜਿਉਂਦਾ ਹੀ ਇੱਥੇ ਨਰਕ ਭੋਗ ਰਿਹਾ। ਇਦੋਂ ਵੱਡਾ ਨਰਕ ਦੁਨੀਆ ਤੇ ਨਹੀਂ। ਆਉਂਦੇ ਜਾਂਦੇ ਦੀ ਕਦੇ ਪੱਗ ਲੈ ਗਈ, ਕਦੇ ਪੈਰਾਂ 'ਚ ਕੰਡੇ ਵੱਜ ਗਏ। ਇਹ ਨਰਕ ਹੈ ਦੁਨੀਆ ਦਾ ਸਭ ਤੋਂ ਵੱਡਾ। ਘਰੇ ਕੰਡਿਆਂ ਵਾਲਾ ਦਰਖਤ ਨਾ ਲਾਓ। ਕਿੱਕਰ ਘਰ ਕਪੁੱਤ ਕਰ, ਜਿਹਦਾ ਪੁੱਤ ਸਵੇਰੇ ਉੱਠ ਕੇ ਘਰ 'ਚ ਕਲੇਸ਼ ਕਰਦਾ ਹੈ, ਮਾਂ ਪਿਓ ਨਾਲ ਲੜਾਈ ਕਰਦਾ ਹੈ, ਬਜ਼ੁਰਗਾਂ ਨੂੰ ਗਾਲਾਂ ਕੱਢਦਾ ਹੈ, ਹਾਲ ਨਹੀਂ ਪੁੱਛਦਾ ਉਹਨਾਂ ਦਾ, ਦਵਾਈ ਨਹੀਂ ਪੁੱਛਦਾ ਉਹਨਾਂ ਦੀ, ਸਗੋਂ ਦੁੱਖ ਦਿੰਦਾ, ਜ਼ਖਮ ਦਿੰਦਾ ਉਹਨਾਂ ਦੇ ਦਿਲ ਤੇ। ਕਹਿੰਦੇ ਕਿੱਕਰ ਘਰ ਕਪੁੱਤ ਕਰ, ਜਿਹਦਾ ਪੁੱਤ ਕਪੁੱਤ ਨਿਕਲ ਗਿਆ, ਇਹ ਦੁਨੀਆ ਦਾ ਸਭ ਤੋਂ ਵੱਡਾ ਨਰਕ ਹੈ। ਇੱਥੇ ਵਸ ਨਹੀਂ, ਅਜੇ ਹੋਰ ਚੱਲੋ ਅੱਗੇ। ਘਰ ਕੁਲੱਖਣੀ ਨਾਰ, ਪਤੀ ਦੀ ਪਤਨੀ ਨਾਲ ਨਹੀਂ ਬਣਦੀ, ਪਤਨੀ ਦੀ ਪਤੀ ਨਾਲ ਨਹੀਂ ਬਣਦੀ। ਇੱਕ ਦਾ ਮੂੰਹ ਇੱਧਰ, ਇੱਕ ਦਾ ਮੂੰਹ ਉੱਧਰ। ਉਹ ਕੁਝ ਹੋਰ ਕਹਿੰਦਾ, ਉਹ ਕੁਝ ਹੋਰ ਕਰਦਾ। ਸਾਧ ਸੰਗਤ ਜੀ, ਇਹ ਨਰਕ ਦੀ ਤੀਜੀ ਵੱਡੀ ਨਿਸ਼ਾਨੀ ਹੈ। ਜਿਹੜੇ ਬੰਦੇ ਦਾ ਜੀਵਨ ਸਾਥੀ ਕਹਿਣਾ ਨਹੀਂ ਮੰਨਦਾ, ਜਿਹੜੇ ਬੰਦੇ ਦੇ ਦਿਲ ਦੇ ਦਰਦ ਜੀਵਨ ਸਾਥੀ ਨੂੰ ਖੁੱਲ੍ਹ ਕੇ ਦੱਸੇ ਨਹੀਂ ਜਾ ਸਕਦੇ, ਇਦੋਂ ਵੱਡਾ ਨਰਕ ਹੋਰ ਕਿਹੜਾ ਹੋਵੇਗਾ। ਤੀਜਾ ਪ੍ਰਮਾਣ ਦੇ ਰਹੇ ਹਾਂ ਅਸੀਂ ਤੁਹਾਨੂੰ। ਕਿੱਕਰ ਘਰ ਕਪੁੱਤ ਕਰ, ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ ਚਾਰ। ਕਿਸੇ ਦੇ ਸੋਹਣੇ ਕੱਪੜੇ ਦੇਖ ਕੇ ਗੁੱਸਾ ਕਰੀ ਜਾਣਾ, ਬੜੀ ਟੌਰ ਕੱਢੀ ਫਿਰਦਾ ਹੈ, ਤੇ ਆਪ ਪਾਉਣੇ ਸੜੇ ਹੋਏ, ਮੁਸ਼ਕ ਮਾਰਨਾ, ਬਦਬੂ ਮਾਰਨੀ, ਕਫ ਮੈਲੇ, ਆਪ ਪੈਂਟ ਦਾ ਕਹਿ ਲਓ, ਪਜਾਮੇ ਦੀ ਮੂਹਰੀ ਮੈਲੀ ਹੋਣੀ, ਸਾਧ ਸੰਗਤ ਜੀ ਉੱਤੇ ਮੱਖੀਆਂ ਨੇ ਬੈਠੀ ਜਾਣਾ। ਇਹ ਵੀ ਇੱਕ ਨਰਕ ਹੀ ਹੈ। ਜਿਹੜਾ ਬੰਦਾ ਆਪ ਦੇ ਸਰੀਰ ਦੀ ਸੰਭਾਲ ਨਹੀਂ ਕਰ ਸਕਦਾ, ਸਫਾਈ ਨਹੀਂ ਕਰ ਸਕਦਾ, ਇਦੋਂ ਵੱਡਾ ਕੋੜੀ, ਨਾਰਕੀ, ਦਲਿਦਰੀ, ਘੋਰੀ ਬੰਦਾ ਹੋਰ ਕਿਹੜਾ ਹੋ ਸਕਦਾ ਹੈ। ਇਹ ਚਾਰ ਦੁਨੀਆ ਦੇ ਸਭ ਤੋਂ ਵੱਡੇ ਨਰਕ ਨੇ। ਸਵਰਗ ਵੀ ਸੁਣ ਲਓ ਭਾਈ। ਅਗਲਾ ਪ੍ਰਮਾਣ ਹੈ ਇਹ, ਕਹਿੰਦੇ ਪਹਿਲਾ ਸੁੱਖ ਨਿਰੋਗੀ ਕਾਇਆ। ਦੁਨੀਆ ਦਾ ਸਭ ਤੋਂ ਵੱਡਾ ਸੁੱਖ, ਨਾ ਘਰ, ਨਾ ਪੈਸਾ, ਨਾ ਜ਼ਮੀਨ ਜਾਇਦਾਦ, ਨਾ ਰਿਸ਼ਤੇਦਾਰ, ਨਾ ਧੀਆਂ ਪੁੱਤਰ। ਸਭ ਤੋਂ ਵੱਡਾ ਸੁੱਖ ਹੈ ਪਹਿਲਾ ਸੁੱਖ ਨਿਰੋਗੀ ਕਾਇਆ, ਜਿਹਦੇ ਸਰੀਰ ਨੂੰ ਕੋਈ ਰੋਗ ਨਹੀਂ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੈ। ਮਾਰੋ ਦੁਨੀਆ ਦੇ ਵੱਲ ਝਾਤੀ, ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਲਓ, ਬਜ਼ੁਰਗਾਂ ਤੱਕ। ਸਵੇਰੇ ਉੱਠਦੇ ਸਰ ਵਾਹਿਗੁਰੂ ਨਹੀਂ ਕਹਿੰਦੇ, ਕਹਿਣਗੇ ਖਾਲੀ ਪੇਟ ਵਾਲੀ ਗੋਲੀ ਲੈ ਲਈਏ। ਉੱਠਦੇ ਸਾਰ ਵਾਹਿਗੁਰੂ ਨਹੀਂ ਕਹਿੰਦੇ, ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ, ਵਾਹਿਗੁਰੂ ਜੀ ਕਾ ਖਾਲਸਾ ਨਹੀਂ ਬੁਲਾਉਂਦੇ। ਪਹਿਲਾਂ ਜਾ ਕੇ ਜਾਂ ਕਿਸੇ ਮੈਂਬਰ ਨੂੰ ਕਹਿ ਕੇ ਪਾਣੀ ਲਿਆ, ਖਾਲੀ ਪੇਟ ਵਾਲੀ ਗੋਲੀ ਲੈ ਲਵਾਂ, ਵਾਹਿਗੁਰੂ। ਜੇ ਨਾਮ ਨਹੀਂ ਜਪਣਾ ਫਿਰ ਤਾਂ ਗੋਲੀਆਂ ਹੀ ਖਾਣੀਆਂ ਨੇ। ਨਾ ਸੈਰ ਕਰਨ ਜੋਗਾ, ਨਾ ਕਸਰਤ ਐਕਸਰਸਾਈਜ਼ ਕਰਨ ਜੋਗਾ, ਕੱਲਾ ਕ੍ਰੋਧ ਹੀ, ਕੱਲੀ ਈਰਖਾ ਹੀ, ਕੱਲੀ ਨਫ਼ਰਤ ਹੀ, ਕੱਲਾ ਪੈਸਾ ਹੀ, ਇਹ ਸਭ ਕੁਛ ਨਹੀਂ ਹੈ। ਪਹਿਲਾ ਸੁੱਖ ਨਿਰੋਗੀ ਕਾਇਆ। ਮਾਰੋ ਝਾਤ, ਕਿਸੇ ਦੀ ਬਚਪਨ 'ਚ ਨਿਗਾਹ ਘਟ ਗਈ, ਕਿਸੇ ਦੇ ਸਿਰ ਦੇ ਵਾਲ ਹੀ ਚਿੱਟੇ ਹੋ ਗਏ। ਸਾਧ ਸੰਗਤ ਜੀ, ਕੋਈ ਬਚਿਆ ਅੱਜ ਦੇ ਜ਼ਮਾਨੇ 'ਚ ਦਵਾਈਆਂ ਤੋਂ? ਨਹੀਂ। ਮਾਰੋ ਦ੍ਰਿਸ਼ਟੀ, ਸਭ ਰੋਗੀ। ਅਸੀਂ ਇਹੋ ਜਿਹੇ ਡਾਕਟਰ ਦੇਖੇ ਨੇ, ਜਿਹੜਾ ਡਾਕਟਰ ਦਿਮਾਗ ਦਾ ਇਲਾਜ ਕਰਦਾ ਸੀ ਖੁਦ ਪਾਗਲ ਹੋ ਗਿਆ। ਜਿਹੜੇ ਡਾਕਟਰ ਲੋਕਾਂ ਦੀਆਂ ਹੱਡੀਆਂ ਨੂੰ ਤਕੜਿਆਂ ਕਰਨ ਵਾਲੀ ਦਵਾਈ ਦਿੰਦੇ ਸੀ, ਉਹਨਾਂ ਦੀਆਂ ਆਪ ਦੀਆਂ ਹੱਡੀਆਂ ਭੁਰ ਗਈਆਂ। ਜਿਹੜੇ ਡਾਕਟਰ ਲੋਕਾਂ ਦੀਆਂ ਲੱਤਾਂ ਠੀਕ ਕਰਦੇ ਸੀ, ਆਪ ਦੀਆਂ ਲੱਤਾਂ ਖੜ ਗਈਆਂ। ਐਸੇ ਵੀ ਲੋਕ ਜਿਹੜੇ ਰੱਬ ਦੇ ਸ਼ਰੀਕ ਬਣਦੇ ਸੀ, ਮੈਂ ਕਰ ਦਿਆਂਗਾ, ਆਪ ਦਾ ਸਭ ਕੁਛ ਹੀ ਵਿਗਾੜੀ ਫਿਰਦੇ ਐ। ਪਹਿਲਾ ਸੁੱਖ ਨਿਰੋਗੀ ਕਾਇਆ, ਜਿਹਦੇ ਸਰੀਰ ਨੂੰ ਕੋਈ ਰੋਗ ਨਹੀਂ ਨਾ ਲੱਗਿਆ। ਸਵੇਰੇ ਉੱਠਦਾ ਬੈਕ ਪੇਨ, ਐ ਢੂਹੀ ਤੇ ਹੱਥ ਰੱਖ ਕੇ ਕਹਿੰਦਾ ਉਹ ਢੂਹੀ ਸਿੱਧੀ ਨਹੀਂ ਹੁੰਦੀ। ਤੁਰਨ ਲੱਗਿਆ ਲੰਗ ਮਾਰ ਕੇ ਤੁਰਦਾ, ਮੇਰੀਆਂ ਤਾਂ ਲੱਤਾਂ ਤੇ ਪੈਰਾਂ ਤੇ ਭਾਰ ਹੀ ਨਹੀਂ ਆਉਂਦਾ। ਸਵੇਰ ਤੋਂ ਹੀ ਹਾਏ ਹਾਏ ਸ਼ੁਰੂ ਹੋ ਗਈ। ਪੁਰਾਣੇ ਬਜ਼ੁਰਗ ਉੱਠਣ ਸਾਰ ਕਹਿੰਦੇ ਸੀ, ਐ ਰਾਮ ਕੇ ਰਾਮ ਜਪੋ। ਉੱਠੋ ਭਾਈ, ਵਾਹਿਗੁਰੂ ਕਹਿ ਲੋ। ਅੰਮ੍ਰਿਤ ਵੇਲਾ ਹੋ ਗਿਆ ਭਾਈ, ਸੁੱਤੇ ਪਏ ਹੋ, ਉੱਠੋ ਵਾਹਿਗੁਰੂ ਕਹੋ। ਸੌਣਾ ਤਾਂ ਰਾਤ ਨੂੰ 12-1 ਵਜੇ ਹੈ ਤੇ ਉੱਠਣਾ ਹੈ 9-10 ਵਜੇ।
ਇੱਕ ਪਰਿਵਾਰ ਕੋਲ ਅਸੀਂ ਗਏ, ਮੈਂ ਪੁੱਛਿਆ ਬੇਟੇ ਕਿੰਨੇ ਵਜੇ ਉੱਠਦੇ ਹੋ? ਕਹਿੰਦੇ ਜੀ ਅਲਾਰਮ ਤਾਂ ਸਾਜਰੇ ਦਾ ਹੀ ਲਾਇਆ ਹੁੰਦਾ, ਥੋੜ੍ਹੇ ਜਿਹੇ ਲੇਟ ਹੋ ਜਾਈਦਾ। ਮੈਂ ਪੁੱਛਿਆ ਅਲਾਰਮ ਕਿੰਨੇ ਵਜੇ ਦਾ ਲਾਉਂਦੇ ਹੋ? ਕਹਿੰਦੇ 8:30 ਵਜੇ ਦਾ ਅਲਾਰਮ ਲਾਇਆ ਹੁੰਦਾ। ਮੈਂ ਕਿਹਾ ਉੱਠਦੇ ਕਿੰਨੇ ਵਜੇ ਹੋ? ਕਹਿੰਦੇ 9:30 ਤੱਕ ਤਾਂ ਉੱਠੇ ਹੀ ਖੜਦੇ ਆ। ਉਹ ਮੇਰਾ ਸੁਭਾਅ ਜਿਵੇਂ ਤੁਸੀਂ ਦੇਖਿਆ। ਮੈਂ ਕਿਹਾ ਬੇਟੇ ਕਦੇ 4 ਵਜੇ ਤਾਂ ਤੁਸੀਂ ਦੇਖੇ ਨਹੀਂ ਹੋਣੇ? ਕਹਿੰਦੀ ਇੱਕ ਦਿਨ ਦੇਖੇ ਸੀ। ਮੈਂ ਕਿਹਾ ਕਦੋਂ? ਕਹਿੰਦੀ ਜਦੋਂ ਗੁਰਦੁਆਰੇ ਵਾਲਾ ਬਾਬਾ ਹਾੜੇ ਕੱਢਦਾ ਸੀ, ਉੱਠੋ ਭਾਈ ਸਵੇਰ ਹੋ ਗਈ, ਬੜੇ ਲੇਟ ਹੋ, ਉੱਠ ਕੇ ਗੁਰਦੁਆਰਾ। ਮੈਂ ਕਿਹਾ ਦੱਸ, ਜਿਹੜਾ ਤੁਹਾਨੂੰ ਨੀਂਦ ਤੋਂ ਉਠਾ ਕੇ ਗੁਰੂ ਨਾਲ ਜੋੜਦਾ ਉਹਨੂੰ ਕਹਿੰਦੇ ਬਾਬਾ ਹਾੜੇ ਕੱਢਦਾ ਸੀ? ਦੱਸੋ ਤੁਹਾਨੂੰ ਉੱਠਣਾ ਉੱਠੋ ਨਹੀਂ ਨਾ ਸੀ, ਬਾਬਾ ਕਿਉਂ ਹਾੜੇ ਕੱਢੇ ਭਾਈ? ਉਹ ਆਪਦੀ ਡਿਊਟੀ ਬਜਾ ਰਿਹਾ ਹੈ। ਕਹਿਣ ਤੋਂ ਭਾਵ ਕਿ ਹੁਣ ਅੰਮ੍ਰਿਤ ਵੇਲਾ ਵੀ 9 ਵਜੇ ਹੋਣ ਲੱਗ ਗਿਆ। ਰੱਖੋ ਵਿਚਾਰ, ਪਹਿਲਾ ਸੁੱਖ ਨਿਰੋਗੀ ਕਾਇਆ, ਦੂਜਾ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਕਿਹੜਾ ਹੈ? ਦੂਜਾ ਸੁੱਖ ਪੁੱਤਰ ਅਧਿਕਾਰੀ। ਜਿਹਦਾ ਪੁੱਤ ਅਧਿਕਾਰੀ ਹੈ ਨਾ, ਪੁੱਤ ਕਹਿਣੇ ਵਿੱਚ ਚੱਲਦਾ, ਪੁੱਤ ਆਗਿਆ ਵਿੱਚ ਚੱਲਦਾ, ਉਹਨੂੰ ਦੁਨੀਆ ਦਾ ਰਾਜਾ ਮਹਾਰਾਜਾ ਬਣਨ ਦੀ ਲੋੜ ਨਹੀਂ ਹੈ। ਉਹਦੇ ਘਰੇ ਹੀ ਰਾਜ ਭਾਗ ਹੈ। ਪਿਓ ਤੇ ਪੁੱਤ ਇਕੱਠੇ ਬੈਠ ਕੇ ਸਲਾਹ ਕਰਦੇ, ਮਸ਼ਵਰਾ ਕਰਦੇ, ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ, ਇੱਕ ਦੂਜੇ ਨੂੰ ਚੰਗੀ ਸਲਾਹ ਦਿੰਦੇ। ਕਈ ਜਗ੍ਹਾ ਤੇ ਪਿਓ ਨਲਾਇਕ, ਕਈ ਜਗ੍ਹਾ ਤੇ ਪੁੱਤ ਨਲਾਇਕ, ਦੋ ਹੀ ਜਗ੍ਹਾ ਤੇ ਇਹ ਕਿਤੇ ਵੀ ਨਹੀਂ ਮਿਲਦਾ ਵੀ ਦੋਨੋਂ ਲਾਇਕ। ਜਿੱਥੇ ਦੋਨੋਂ ਲਾਇਕ, ਉਹਨੂੰ ਵਿਦਵਾਨ ਨੇ ਕਹਿਤਾ ਦੁਨੀਆ ਦਾ ਸਵਰਗ ਹੈ। ਇਦੋਂ ਵੱਡਾ ਸਵਰਗ ਨਹੀਂ ਹੈ ਦੁਨੀਆ ਤੇ ਕੋਈ। ਇੱਥੇ ਵਸ ਨਹੀਂ, ਇੱਕ ਸਵਰਗ ਹੋਰ ਵੀ ਹੈ। ਤੀਜਾ ਸੁੱਖ ਸਤਵੰਤੀ ਨਾਰੀ, ਜਿਹੜਾ ਪਤੀ ਤੇ ਪਤਨੀ ਦੀ ਆਪਸ ਵਿੱਚ ਬਣਦੀ ਹੈ, ਇੱਕ ਦੂਜੇ ਦੇ। ਇਹ ਪ੍ਰਮਾਣ ਦੇਖੋ, ਜਿਹੜੇ ਬਚਨ ਮੈਂ ਬੋਲੂੰ ਤੁਸੀਂ ਕਹੋਗੇ ਇਹ ਗੱਲਾਂ ਤੁਸੀਂ ਸਟੇਜ ਤੇ ਨਹੀਂ ਕਰ ਸਕਦੇ, ਗੁਰਬਾਣੀ ਦੀ ਤਾਂ ਕਰ ਸਕਦੇ ਆ ਨਾ। ਸੱਚੇ ਪਾਤਸ਼ਾਹ ਕਹਿੰਦੇ ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਮੈਂ ਆਪ ਦੇ ਹਿਸਾਬ ਨਾਲ ਸੌਖੇ ਜਿਹੇ ਅਰਥ ਕਰਦੇ ਹਾਂ ਜਿਹੜੇ ਸਭ ਨੂੰ ਸਮਝ ਆ ਜਾਣ। ਇੱਕ ਬਾਣੀ ਸਾਨੂੰ ਔਖੀ ਲੱਗਦੀ, ਇੱਕ ਅਸੀਂ ਕਹਿ ਦਿੰਦੇ ਹਾਂ ਅਰਥ ਬੜੇ ਔਖੇ, ਤੁਸੀਂ ਡਰਦੇ ਹੀ ਨਹੀਂ ਪੜ੍ਹਦੇ। ਮੇਰੇ ਤੋਂ ਜੇ ਕਿਤੇ ਗਲਤ ਨਾ ਹੋ ਜਾਵੇ ਮੈਂ ਤਾਂ ਨਹੀਂ ਪਾਠ ਕਰਦਾ। ਇਹ 90% ਲੋਕਾਂ ਦੀ ਬੇਨਤੀ ਹੈ। ਇਹਦੇ ਸੌਖੇ ਅਰਥ ਵੀ ਘਰੋਂ ਤਾਂ ਲੜ ਕੇ ਤੁਰੇ ਤੇ ਲੋਕਾਂ ਦੇ ਵਿੱਚ ਜਾ ਕੇ ਪਾਰਟੀ ਦੇ ਵਿੱਚ ਇੱਕ ਪਲੇਟ 'ਚ ਦੋਨੋਂ ਜਾਣੇ ਰੋਟੀ ਖਾਂਦੇ ਆ, ਲੋਕਾਂ ਨੂੰ ਦਿਖਾਉਣ ਵਾਸਤੇ ਵੀ ਬੜਾ ਪਿਆਰ ਹੈ ਸਾਡਾ, ਇੰਨੀ ਮੁਹੱਬਤ ਸਾਡੀ। ਤੇ ਜਦੋਂ ਗੱਡੀ 'ਚ ਗਏ, ਇਹਦਾ ਮੂੰਹ ਇੱਧਰ ਨੂੰ, ਇਹਦਾ ਉੱਧਰ ਨੂੰ। ਉਹਨੇ ਕੰਨਾਂ 'ਚ ਹੈੱਡਫੋਨ ਲਾ ਕੇ ਗੀਤ ਸੁਣਨੇ ਸ਼ੁਰੂ ਕਰਤੇ, ਆ ਨਾਲ ਬੈਠੀ ਨਾਲ WhatsApp ਤੇ ਲੱਗੀ ਹੈ। ਦੱਸੋ, ਉੱਥੇ ਜਾ ਕੇ ਦਿਖਾਉਣਾ ਪਾਰਟੀ ਦੇ ਵਿੱਚ ਵੀ ਸਾਡਾ ਤਾਂ ਵੀ ਫਿਰ ਐਂ ਬਾਂਹ ਧਰ ਕੇ ਫੋਟੋਆਂ ਖਿਚਾਉਣੀਆਂ। ਦੇਖੋ ਸਤਿਗੁਰਾਂ ਨੇ ਕੀ ਕਿਹਾ, ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਇਕੱਠੇ ਬਹਿ ਕੇ ਲੋਕਾਂ ਨੂੰ ਦਿਖਾਉਣ ਵਾਸਤੇ, ਪਰ ਪਿਆਰ ਨਹੀਂ ਹੈ। ਘਰੋਂ ਲੜ ਕੇ ਤੁਰੇ, ਰਸਤੇ 'ਚ ਲੜਦੇ ਆਏ, ਅੰਦਰ ਵੜਨ ਤੱਕ ਲੜੀ ਗਏ। ਜਦੋਂ ਪਾਰਟੀ 'ਚ ਪਹੁੰਚੇ ਤਾਂ ਇੱਕ ਦੂਜੇ ਦੇ ਮੋਢੇ ਤੇ ਹੱਥ ਧਰ ਲਿਆ। ਇਹਨਾਂ ਨੂੰ ਧਨ ਨਹੀਂ ਕਿਹਾ ਜਾਂਦਾ। ਧਨ ਕਿਹਨੂੰ ਕਿਹਾ ਜਾਂਦਾ ਹੈ? ਏਕ ਜੋਤ ਦੋਏ ਮੂਰਤੀ, ਮੂਰਤੀਆਂ ਦੋ ਨੇ, ਪਤੀ ਪਤਨੀ ਅਲੱਗ-ਅਲੱਗ ਨੇ, ਦੋ ਨੇ। ਇੱਕ ਵਿਦੇਸ਼ ਬੈਠਾ, ਇੱਕ ਇੱਥੇ ਬੈਠਾ, ਹਜ਼ਾਰਾਂ ਕਿਲੋਮੀਟਰ ਦੂਰ ਹੈ, ਪਰ ਇੱਥੇ ਬੈਠਾ ਜੋ ਹੈ ਉਹਦੀ ਸਲਾਹ ਦੇ ਨਾਲ ਕੰਮ ਕਰਦਾ ਹੈ। ਇੱਥੇ ਜੋ ਬੈਠਾ ਹੈ ਉਹਨੂੰ ਮਹਿਸੂਸ ਹੁੰਦਾ ਹੈ ਉਹ ਗਲਤੀ ਨਹੀਂ ਕਰੇਗਾ, ਮੈਂ ਵੀ ਗਲਤੀ ਨਾ ਕਰਾਂ। ਉਹ ਮੇਰੀ ਆਗਿਆ ਵਿੱਚ, ਮੈਂ ਉਹਦੀ ਆਗਿਆ ਵਿੱਚ। ਏਕ ਜੋਤ ਦੋਏ ਮੂਰਤੀ, ਦੋਨਾਂ ਦੀ ਆਤਮਾ ਇੱਕ ਹੋਵੇ, ਵਿਚਾਰਧਾਰਾ ਇੱਕ ਹੋਵੇ, ਮਿਲ ਵਰਤਣ ਐਸਾ ਹੋਵੇ ਦੁਨੀਆ ਦੰਗ ਰਹਿ ਜਾਏ। ਦੁਨੀਆ ਕਵੇ ਇਹਨਾਂ ਨੂੰ ਦੂਰ ਕਰਨਾ, ਪਰ ਉਹਨਾਂ ਦਾ ਪ੍ਰੇਮ ਉਹਨਾਂ ਨੂੰ ਦੂਰ ਨਾ ਹੋਣ ਦੇਵੇ। ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਧਨ ਮੈਨੇ ਪਤਨੀ, ਪਿਰ ਮੈਨੇ ਘਰ ਵਾਲਾ। ਧਨ ਪਿਰ ਕਹੀਐ ਸੋਏ, ਉਹਨਾਂ ਨੂੰ ਧਨਤਾ ਯੋਗ ਮੰਨੋ ਜਿਹੜੇ ਹਨ ਦੂਰ ਦੂਰ, ਪਰ ਵਿਚਾਰਧਾਰਾ ਇੱਕੋ ਹੀ ਹੈ। ਇਹ ਤੀਜਾ ਪ੍ਰਮਾਣ ਹੈ। ਹੁਣ ਇੱਧਰ ਮਾਇਆ ਤੇ ਆ ਜਾਓ, ਫਿਰ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ। ਕਹਿਣ ਲੱਗੇ ਇਹ ਜੋ ਮਾਇਆ ਹੈ ਅਮੀਰ ਘਰ ਦੀ ਹੈ, ਕਿਰਪਾ ਕਰੋ ਇਹਨੂੰ ਕਹੋ ਕੋਈ ਅਜੀਬੋ ਗਰੀਬ ਕੌਤਕ ਦਿਖਾ ਦੇਵੇ। ਅਸੀਂ ਇਹ ਪਹਿਲਾ ਪ੍ਰਮਾਣ ਦਿੱਤਾ। ਇਹਦੇ ਨਾਲ ਅਸੀਂ ਦੂਜਾ ਕਿ ਜਦੋਂ ਮਾਇਆ ਪਿੱਛੇ ਹੀ, ਮਾਇਆ ਨੂੰ ਹੀ ਸਭ ਕੁਝ ਮੰਨ ਲਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪੁੱਤਰ ਵੀ ਦੁਸ਼ਮਣ ਬਣ ਗਿਆ। ਜਦੋਂ, ਕਿਉਂਕਿ ਮਾਇਆ ਸਭ ਕੁਝ ਨਹੀਂ ਹੁੰਦੀ। ਜਿਸ ਜਗ੍ਹਾ ਤੇ ਇਨਸਾਨ ਨੇ ਕੰਮ ਆ ਜਾਣਾ
ਉੱਥੇ ਮਾਇਆ ਨਹੀਂ ਕੰਮ ਆ ਸਕਦੀ। ਮਾਇਆ ਆਪ ਦੇ ਕੰਮ ਕਰ ਸਕਦੀ ਹੈ 50% ਕਹਿ ਲਓ, ਪਰ ਜਿੱਥੇ ਕੋਈ ਗਰੀਬ ਬੰਦਾ ਵੀ ਜਾ ਕੇ ਗਵਾਹੀ ਦੇ ਦੇਵੇ, ਉੱਥੇ ਕਈ ਵਾਰੀ ਲੱਖਾਂ ਰੁਪਇਆ ਵੀ ਨਹੀਂ ਕੰਮ ਆਉਂਦਾ ਹੁੰਦਾ। ਵੀ ਫਲਾਨਾ ਸਿਉਂ ਕਹਿ ਦੇਵੇ ਇਹ ਗੱਲ, ਫਿਰ ਅਸੀਂ ਮੰਨ ਲਾਂਗੇ। ਜੇ ਉਹ ਨਹੀਂ ਕਹਿੰਦਾ ਫਿਰ ਅਸੀਂ ਗੱਲ ਨਹੀਂ ਮੰਨਦੇ। ਉੱਥੇ ਤੁਸੀਂ ਕਹਿੰਦੇ 2 ਲੱਖ ਲੈ ਲਾ, 4 ਲੱਖ ਲੈ ਲਾ, ਕਹਿਣਗੇ ਨਹੀਂ ਫਲਾਨਾ ਸਿਉਂ ਆ ਕੇ ਕਵੇ ਫਿਰ ਮੰਨਾਂਗੇ ਗੱਲ। ਜਿੱਥੇ ਇਨਸਾਨ ਨੇ ਕੰਮ ਆਉਣਾ ਉੱਥੇ ਇਨਸਾਨ ਹੀ ਕੰਮ ਆਵੇਗਾ। ਸਾਧ ਸੰਗਤ, ਸੱਚੇ ਪਾਤਸ਼ਾਹ ਦੇ ਘਰ ਮਾਇਆ, ਗੁਰੂ ਰਾਮਦਾਸ ਕਹਿੰਦੇ ਆ ਜਾ ਦਰਾਂ ਤੇ, ਉੱਥੇ ਸੋਨੇ ਦੇ ਦੇਖੋ ਤਾਂ ਸਹੀ ਕੀ ਆਨੰਦ ਵਰਤ ਰੇਖਾ, ਪਰ ਨਾਲ ਕਲੇਸ਼ ਵੀ ਲੈ ਕੇ ਆ ਗਈ, ਝਗੜਾ ਵੀ ਲੈ ਕੇ ਆ ਗਈ। ਮਾਇਆ ਸਭ ਕੁਝ ਨਹੀਂ ਹੈ। ਸੰਤ ਜਨ ਕਹਿੰਦੇ ਇਹਨੂੰ ਕਹੇ ਸਾਨੂੰ ਕੋਈ ਕੌਤਕ ਦਿਖਾਵੇ, ਅਸੀਂ ਕੌਤਕ ਵੇਖਣਾ ਚਾਹੁੰਦੇ ਹਾਂ। ਭਗਤ ਜੀ ਆਹਿਸਤਾ ਕਹਿੰਦੇ ਮਾਇਆ ਇਹਨਾਂ ਨੂੰ ਕੋਈ ਕੌਤਕ ਦਿਖਾ ਦੇ ਜਰਾ। ਸੰਤ ਜਨ ਆਏ ਨੇ, ਇਹਨਾਂ ਨੇ ਸੁਣਿਆ ਸੀ ਕਿ ਮਾਇਆ ਦੇ ਬੜੇ ਕੌਤਕ ਨੇ, ਦਿਖਾ ਦੇ ਇਹਨਾਂ ਨੂੰ। ਕਹਿੰਦੀ ਚਲੋ ਮਹਾਰਾਜ, ਮੈਂ ਤਾਂ ਕਦੋਂ ਦੀ ਉਡੀਕਦੀ ਆ, ਮੈਂ ਤਾਂ ਕਦੋਂ ਦੀ ਕਹਿੰਨੀ ਆ ਕਿ ਮੈਨੂੰ ਸੇਵਾ ਦਾ ਮੌਕਾ ਦਿਓ। ਸਾਧ ਸੰਗਤ ਜੀ, ਸੰਤ ਜਨ ਮਾਇਆ ਨੂੰ ਲੈ ਕੇ ਉਹ ਚਲੇ ਗਏ ਜੰਗਲ ਵੱਲ ਨੂੰ। ਜਾ ਕੇ ਕਹਿੰਦੀ ਤੁਸੀਂ ਇੱਥੇ ਲੁਕ ਜਾਓ, ਸਾਰੇ ਜਾਣੇ ਸੰਤ ਜਨ ਆ ਸਾਈਡ ਤੇ ਲੁਕ ਜਾਓ। ਔਰ ਇੱਧਰ ਇੱਕ ਮਾਇਆ ਇੱਕ ਥੈਲੀ ਦਾ ਰੂਪ ਧਾਰਨ ਕਰਕੇ ਸੜਕ ਦੇ ਕਿਨਾਰੇ ਤੇ ਪੈ ਗਈ। ਉਹ 4 ਦੋਸਤ ਤੁਰੇ ਆ ਰਹੇ ਨੇ, ਕੰਮ ਦੀ ਭਾਲ ਵਿੱਚ, ਨੌਕਰੀ ਦੀ ਭਾਲ ਵਿੱਚ ਤੁਰੇ ਜਾਂਦੇ ਜਾਂਦੇ ਨਿਗਾਹ ਪੈ ਗਈ। ਕਹਿੰਦੇ ਕਮਾਲ ਹੋ ਗਈ, ਆਪਾਂ ਨੂੰ ਤਾਂ ਮਾਇਆ ਦੀ ਥੈਲੀ ਮਿਲ ਗਈ। ਉਹ ਸੰਤ ਜਨ ਦੇਖ ਰਹੇ ਹਨ, ਮਾਇਆ ਆਪਣਾ ਕੌਤਕ ਦਿਖਾ ਰਹੀ ਹੈ। ਅਸੀਂ ਪ੍ਰਵਚਨ ਸ਼ੁਰੂ ਕੀਤੇ ਨੇ, ਗਹੁ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜਬ ਤਿਆਗ ਦਈ ਤਾਂ ਉਹ ਚਰਨੀ ਆਏ ਪਈ। ਜਿੰਨੀ ਦੇਰ ਤੱਕ ਪਕੜ ਹੈ ਉਨੀ ਦੇਰ ਪ੍ਰਾਪਤੀ ਨਹੀਂ, ਜਦੋਂ ਤਿਆਗ ਹੈ ਫਿਰ ਉਹ ਚਰਨਾਂ ਚ ਆ ਕੇ ਬਹਿੰਦੀ ਹੈ। ਆ ਦੋਸਤ ਕਹਿੰਦੇ ਆ ਤਾਂ ਕਮਾਲ ਹੋ ਗਈ, ਆਪਾਂ ਤਾਂ ਕੱਲ ਦੇ ਤੁਰੇ ਫਿਰਦੇ ਆ ਵੀ ਕਿਤੇ ਕੰਮ ਮਿਲ ਜਾਏ, ਕੰਮ ਤਾਂ ਨਹੀਂ ਮਿਲਿਆ, ਮਾਇਆ ਮਿਲ ਗਈ ਆਪਾਂ ਨੂੰ। ਚਲੋ ਸ਼ਾਮੇ ਬਹਿੰਦੇ ਹਾਂ। ਉਹ ਥੈਲੀ ਦੇ ਵਿੱਚੋਂ ਮਾਇਆ ਬਾਹਰ ਕੱਢੀ, ਗਿਣਤੀ ਸ਼ੁਰੂ ਕਰ ਦਿੱਤੀ। 4 ਹਿੱਸਿਆਂ ਦੇ ਵਿੱਚ ਮਾਇਆ ਗਿਣ ਲਈ। ਸੰਤ ਜਨ ਦੇਖ ਰਹੇ ਹਨ, 4 ਹਿੱਸਿਆਂ ਦੇ ਵਿੱਚ ਮਾਇਆ ਗਿਣ ਲਈ ਗਈ। 4 ਨੇ ਮਾਇਆ ਆਪੋ ਆਪਣੀ ਕੋਲ ਸਾਂਭ ਲਈ। 2 ਕਹਿਣ ਲੱਗੇ ਐਂ ਕਰੋ, ਤੁਸੀਂ ਪਿੰਡ ਜਾਓ, ਆ ਜਿਹੜਾ ਲਾਗੇ ਪਿੰਡ ਦਿਖਦਾ ਹੈ, 2-4 ਘਰਾਂ 'ਚੋਂ ਰੋਟੀ ਮੰਗ ਕੇ ਲੈ ਆਓ, ਆਪ ਦੀ ਖਾ ਆਇਓ, ਸਾਨੂੰ ਲਿਆ ਦਿਓ। ਰੋਟੀ ਖਾ ਕੇ ਇੱਥੇ ਸ਼ਾਮੇ ਬਰੋਟੇ ਦੀ ਸ਼ਾਮੇ ਆਰਾਮ ਕਰਕੇ ਦੁਪਹਿਰ ਤੋਂ ਬਾਅਦ ਚੱਲਾਂਗੇ ਆਪਾਂ ਜਿੱਥੇ ਕਿੱਥੇ ਜਾਣਾ। ਪੈਸੇ ਤਾਂ ਆ ਗਏ ਆਪਣੇ ਪਾਸ, ਮਾਇਆ ਮਿਲ ਗਈ ਆਪਾਂ ਨੂੰ। ਸੰਤ ਜਨ ਦੇਖ ਰਹੇ ਹਨ। ਹੁਣ 2 ਪ੍ਰੇਮੀ ਪਿੰਡ 'ਚ ਚਲੇ ਗਏ, 2-4 ਸਾਧੂ ਉਹਨਾਂ ਦੇ ਮਗਰ ਚਲੇ ਗਏ ਦੇਖਣ ਵਾਸਤੇ ਕੀ ਕਰਦੇ ਐ। 2 ਪ੍ਰੇਮੀਆਂ ਬਰੋਟੇ ਥੱਲੇ ਬੈਠੇ ਐ, 2-4 ਸਾਧੂ ਇਹਨਾਂ ਦੇ ਨਜ਼ਦੀਕ ਹੋ ਕੇ ਸੁਣਨ ਲੱਗ ਗਏ ਇਹ ਕੀ ਗੱਲਾਂ ਕਰਦੇ ਐ। ਹੁਣ ਜਿਹੜੇ ਇੱਥੇ ਬੈਠੇ ਸਨ ਬਰੋਟੇ ਦੇ ਥੱਲੇ, ਇਹ ਗੱਲਾਂ ਕਰਦੇ ਨੇ, ਆਪਾਂ ਨੇ 4 ਹਿੱਸੇ ਕੀਤੇ ਐ ਮਾਇਆ ਦੇ। ਆਪਾਂ ਇਉਂ ਕਰਾਂਗੇ, ਜਦੋਂ ਉਹ 2 ਜਾਣੇ ਰੋਟੀ ਲੈ ਕੇ ਆਉਣਗੇ ਨਾ, ਇੱਥੇ ਰੱਖਣਗੇ ਰੋਟੀ, ਆਪਾਂ ਉਹਨਾਂ ਦੇ ਸਿਰਾਂ 'ਚ ਇੱਟਾਂ ਮਾਰ ਕੇ ਉਹਨਾਂ ਨੂੰ ਮਾਰ ਦਿਆਂਗੇ। ਜਿਹੜੀ ਮਾਇਆ ਉਹਨਾਂ ਦੀ ਜੇਬ ਦੇ ਵਿੱਚ ਹੈ, ਇੱਕ ਦੀ ਮਾਇਆ ਤੂੰ ਕੱਢ ਲਈ, ਇੱਕ ਦੀ ਮੈਂ ਕੱਢ ਲਵਾਂਗਾ। ਜਿੱਥੇ 4 ਹਿੱਸੇ ਬਣੇ ਹਨ ਮਾਇਆ ਦੇ, ਉੱਥੇ 2 ਹੀ ਰਹਿ ਜਾਣਗੇ। ਮਤਲਬ ਜਿੱਥੇ ਹੁਣ 100 ਰੁਪਏ ਦੇ 25-25 ਆਏ ਨੇ ਆਪਾਂ ਨੂੰ, ਫਿਰ 50-50 ਬਣ ਜਾਣਗੇ। ਉਹ ਕਹਿੰਦਾ ਵਾਹ, ਬੜੀ ਵਧੀਆ ਗੱਲ ਦੱਸੀ ਤੂੰ ਤਾਂ ਮੈਨੂੰ, ਇਦਾਂ ਹੀ ਕਰਾਂਗੇ। ਇੱਧਰ ਸੰਤ ਜਨ ਸੁਣ ਰਹੇ ਨੇ। ਔਰ ਜਿਹੜੇ ਪਿੰਡ 'ਚ ਗਏ ਨੇ ਰੋਟੀ ਖਾਣ, ਉਹਨਾਂ ਨੇ ਜਾ ਕੇ ਪਿੰਡ 'ਚੋਂ ਰੋਟੀ ਮੰਗੀ, ਖਾਧੀ। ਜਿਹੜੀ ਇਹਨਾਂ ਵਾਸਤੇ ਰੋਟੀ ਲਈ, ਇੱਕ ਦੁਕਾਨ ਤੇ ਚਲੇ ਗਏ, ਦੁਕਾਨ ਤੋਂ ਜਾ ਕੇ ਜ਼ਹਿਰ ਲੈ ਲਈ। ਆ ਜਿਹੜੀਆਂ ਰੋਟੀਆਂ 4 ਉਹਨਾਂ ਵਾਸਤੇ ਲੈ ਕੇ ਚਲੇ, ਉਹਦੇ 'ਚ ਜ਼ਹਿਰ ਮਿਲਾਤੀ। ਕਹਿੰਦੇ ਜਦੋਂ ਆਪਾਂ ਉਹਨਾਂ ਨੂੰ ਰੋਟੀ ਦੇਵਾਂਗੇ, ਉਹ ਰੋਟੀ ਖਾ ਕੇ ਮਰ ਜਾਣਗੇ, ਉਹਨਾਂ ਵਾਲਾ ਹਿੱਸਾ ਆਪਾਂ ਲੈ ਲਾਂਗੇ। ਇਦਾਂ ਕਰਕੇ ਰੋਟੀ 'ਚ ਜ਼ਹਿਰ ਮਿਲਾ ਕੇ ਚਲੇ ਗਏ। ਜਦੋਂ ਉੱਥੇ ਪਹੁੰਚੇ, ਐਂ ਰੋਟੀ ਰੱਖਣ ਲੱਗੇ ਝੁੱਕ ਕੇ, ਉਹ ਦੋਨੋਂ ਜਾਣੇ ਨੇ ਜਿਵੇਂ ਉਹਨਾਂ ਦੀ ਸਾਜ਼ਿਸ਼, ਸਿਰ ਵਿੱਚ ਚਿੱਟ ਮਾਰੀ, ਦੋਨਾਂ ਨੂੰ ਮਾਰ ਦਿੱਤਾ।
ਉਹਨਾਂ ਦੇ ਪੈਸੇ ਕੱਢ ਲਏ, ਬਾਹਰ ਰੱਖ ਲਏ। ਆਪ ਇਹਨਾਂ ਨੇ ਜਦੋਂ ਰੋਟੀ ਖਾਧੀ, ਸਾਧ ਸੰਗਤ ਆਪ ਦੇ ਪੈਸੇ ਵੀ ਬਾਹਰ ਕੱਢ ਲਏ, ਵੀ ਹੁਣ ਆਪਣੇ 50-50 ਹੋ ਗਏ, ਪਹਿਲਾਂ 25-25 ਸੀ। ਆਪ ਦੀ ਵੀ ਮਾਇਆ ਬਾਹਰ ਕੱਢ ਲਈ, ਉਹਨਾਂ ਦੀ ਵੀ ਜੇਬਾਂ ਚੋਂ ਕੱਢ ਲਈ। ਆਪ ਜਦੋਂ ਰੋਟੀ ਖਾਧੀ, ਆਪ ਵੀ ਮਰ ਗਏ। ਇੱਕੋ ਹੀ ਟਾਈਮ ਤੇ 4 ਜਾਣੇ ਮਰ ਗਏ। ਤੇ ਮਾਇਆ ਉੱਠ ਕੇ ਖੜੀ ਹੋ ਗਈ, ਸੰਤਾਂ ਨੂੰ ਕਹਿੰਦੀ ਹੋਰ ਕੌਤਕ ਦਿਖਾਵਾਂ। ਸੰਤ ਵਿਚਾਰੇ ਹੱਥ ਜੋੜ ਕੇ ਕਹਿੰਦੇ ਤਾਂ ਹੀ ਤੈਨੂੰ ਕਬੀਰ ਚਰਨਾਂ 'ਚ ਨਹੀਂ ਸੀ ਬੁਲਾਉਂਦਾ, ਤਾਂ ਹੀ ਤੈਨੂੰ ਧੱਕੇ ਪੈਂਦੇ ਸੀ, ਤਾਂ ਹੀ ਤੈਨੂੰ ਦੇਹਲੀਆਂ 'ਚ ਬਿਠਾਇਆ ਸੀ, ਤਾਂ ਹੀ ਤੈਨੂੰ ਕੁਟੀਆਂ ਤੋਂ ਬਾਹਰ ਬਿਠਾਇਆ ਸੀ, ਤਾਂ ਹੀ ਤੈਨੂੰ ਅੰਦਰ ਪ੍ਰਵੇਸ਼ ਨਹੀਂ ਸੀ ਕਰਨ ਦਿੱਤਾ। ਇੰਨੀ ਪਾਪਣ, 4 ਬੰਦੇ ਮਾਰ ਦਿੱਤੇ। ਅਸੀਂ ਨਹੀਂ ਤੇਰਾ ਕੋਈ ਕੌਤਕ ਦੇਖਣਾ, ਤੂੰ ਤਾਂ ਬੜੀ ਮਾੜੀ ਹੈ। ਸੱਚ ਕਿਹਾ ਸ੍ਰੀ ਗੁਰੂ ਅਮਰਦਾਸ ਨੇ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸकी सेवा जो करे तिस ही को फिर खाए। तू तो बड़ी पापण है। उदास हो के भगत कबीर कोल चले गए। जाके अखां च वैराग दा जल है, भगवान बड़ी माड़ी गल कोई, असीं नहीं सी तुहाडे बचनां दी उलंघना करनी। कई बार साडा सुभाव हुंदा है, महापुरुष प्रवचन दे रह के हुंदे ने, असीं वड्ड सट्टदे हां उन्हां दे प्रवचनां नूं, असीं नहीं सुणदे, क्योंकि सानूं माण है भी मैं बहुता सियाणा। मेरे वर्गी सियाणप किहदे कोल? महापुरुषां दे प्रवचन चल रहे ने। जदों असीं बोलदे आ ना, असीं संसारी लोक, आपां मैं, असीं संसारी गल्लां करदे आ, साडीआं गल्लां दी कोई रत्ती भर कीमत नहीं है। जदों महापुरुष बोलदे ने ना, जदों नेत्र बंद करके परमेश्वर दे नाल अटैचमेंट ला के कोई भगती दा बचन बोलदे ने, कोई प्रभु दी प्रीत दा प्रवचन बोलदे ने, ते असीं कहने ये तां मैनूं पता जी, कोई होर सुणाओ। फिर वो कहते ने तू दफा हो इत्थों, मैं नहीं सुनाउणा तैनूं कोई प्रवचन, सुणदा तां है नहीं तूं, तेरा वो भांडा ही नहीं बनिया, तेरा वो हिरदा ही नहीं बनिया जिहदे विच मैं भगती पा सकां। तू तां कट सिੱਟਦਾ मेरे वचनां नूं। इस करके कहंदे असीं तैनूं किहा सी ना भी तू रहण दे, ना देख माया दे कौतक, पर तू कहा ना महाराज मैं तां देखना चाहुंदा। माया करदी की है, माया कमाउंदी की है, माया दे कौतक किहड़े ने? कहंदे हुण होर कुछ पुछना है? कहंदे ना असीं नहीं पुछना। कबीर कहंदे हुण ऐ कर, इन्हां नूं दस दे भी तेरे मत्थे दे वाल भी घसे होए ने, तेरी गिच्ची दे वाल भी घसे होए ने। क्यों? कहंदी गिच्ची दे वाल मेरे तां घसे होए ने कि जिहड़े संसारी लोक ने ना मेरे मगर भज्जे फिरदे आ, भी मैनूं माया मिल जे, मैनूं माया मिल जे, मैनूं माया मिल जे, वो मेरे मगर भज्जे फिरदे आ। किसी के हत्थ च 1-2 बाल आ जाते ने, भावे कोई कड़की च फस जाता, उन्होंने ठग लईदा, भी बस वो 2 कबाल आ गए, उन्होंने खिंच ले भी साडा खनी इहदे नाल काम चल जूगा। मैं मार के झंडका उन्होंने छोड़ के फिर भज जानी आ। मैं नहीं किसी के हत्थ विच आउंदी। गिच्ची दे वाल तां मेरे संसारी लोगों ने घसाते, मेरी गुत्त मेरे वाल खिच खिच के। कहंदे मत्थे दे वाल तेरे किवें घस गए? कहंदी कबीर अर्गिया ने घसाते। मैं कहनी परवान कर, मत्था रगड़दियां, ये कहंदा दफा हो जा, मैनूं तेरी जरूरत नहीं है, मैं तेरे तो की लेना, मैं तो 2 टाइम की रोटी खानी आ, कोई भगवान दा प्यारा 2 मधुकरियां 2 मन्नियां दे जूगा, जे नहीं दे के जाऊँ मरन तां नहीं लगे, 2 दिन भुखे भी कट लांगे। क्योंकि बाबा फरीद जी की कहंदे ने, रोटी मेरी काठ की, लावण मेरी भुख। पढ़न वाले कहंदे ने लावण मेरी भुख, भी लकड़ दियां रोटियां मेरी भुख ला देणगियां। वो पढ़ना है लावण, मैं भुख दे नाल ला ला के खाना, लावण मेरी भुख, जिन्ना खाधी चोपड़ी घने सहणगे दुख। सहदे नहीं। डॉक्टर कहते ने जे चोपड़ी हुई रोटी खा ली तेनों हार्ट अटैक हो जाऊगा। अज तो तेरा नून भी बंद, अज तो तेरा घ्यो भी बंद, अज तो तेरी चीनी भी बंद, अज तो तेरा AC भी बंद। ਜਿਹੜੀਆਂ ਵਸਤੂਆਂ ਵਾਸਤੇ ਮਰਦੇ ਸੀ ਸਾਨੂੰ ਆ ਮਿਲ ਜੇ ਮਿਲ ਜੇ ਮਿਲ ਜੇ, ਜਦੋਂ ਮਿਲ ਗਈਆਂ ਡਾਕਟਰਾਂ ਨੇ ਬੰਦ ਕਰ ਦਿੱਤੀਆਂ। ਸਾਰੀ ਜ਼ਿੰਦਗੀ ਸਟਰਗਲ ਕਰਦਿਆਂ ਦੀ ਲੰਘ ਗਈ, ਆਨੰਦ ਲੈਣ ਦਾ ਟਾਈਮ ਹੈ, ਡਾਕਟਰ ਕਹਿੰਦਾ ਮਰ ਜਾਏਗਾ। ਵੀ ਮੈਂ ਮਰ ਨਾ ਜਾਵਾਂ, ਚਾਹੇ ਮੈਂ ਧੁੱਪੇ ਬੈਠ ਕੇ ਵਿਟਾਮਿਨ D ਲੈਂਦਾ ਰਵਾਂ, ਪਰ AC 'ਚ ਨਹੀਂ ਮੈਂ ਵੜਦਾ, ਮੈਂ ਮਰਨਾ ਨਹੀਂ ਚਾਹੁੰਦਾ। ਰੁੱਖੀਆਂ ਰੋਟੀਆਂ ਚਾਹੇ ਮੈਂ ਇੱਕ ਵਾਰ ਅਸੀਂ ਚੰਡੀਗੜ੍ਹ ਪਾਠ ਕਰਨ ਗਏ, ਉੱਥੇ ਇੱਕ ਪ੍ਰੇਮੀ ਸਾਨੂੰ ਮਿਲਿਆ। ਉਹ ਦੋਨੋਂ ਹੀ ਪਿਤਾ ਤੇ ਪੁੱਤਰ ਵਕੀਲ ਸਨ। ਕਾਫੀ ਸਮਾਂ ਹੋ ਗਿਆ ਉਦੋਂ ਮੈਂ ਇਹ ਪ੍ਰਵਚਨ ਸੁਣਾਇਆ ਸੀ।
ਜਦੋਂ ਅਸੀਂ ਇਹ ਪ੍ਰਵਚਨ ਉੱਥੇ ਚੰਡੀਗੜ੍ਹ ਦਾ ਵਾਰਤਾਲਾਪ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਸਾਧ ਸੰਗਤ ਦੋਨੋਂ ਹੀ ਵਕੀਲ, ਅਸੀਂ ਭੋਜਨ ਛਕਣ ਲੱਗੇ। ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਤੁਸੀਂ ਬਹਿ ਜਾਓ, ਨਾਲ ਹੀ ਛਕ ਲਓ। ਉਹ ਕਹਿੰਦਾ ਨਹੀਂ ਛਕੋ ਮਹਾਰਾਜ, ਬਸ ਕਰਮ ਵਾਲੇ ਹੋ ਮਹਾਰਾਜ, ਤੁਸੀਂ ਪ੍ਰਸ਼ਾਦਾ ਛਕਦੇ ਹੋ। ਮੈਂ ਕਿਹਾ ਕਮਾਲ ਹੋ ਗਈ, ਮੇਰੀ ਗੱਲ ਹੀ ਨਹੀਂ ਸੁਣੀ ਇਹਨੇ, ਮੇਰੇ ਨਾਲ ਬਹਿ ਕੇ ਛਕਿਆ ਹੀ ਨਹੀਂ ਪ੍ਰਸ਼ਾਦਾ। ਕੀ ਪਤਾ ਇਹਨੂੰ ਅਮੀਰ ਹੋਣ ਦਾ ਮਾਣ ਹੋਵੇ ਵੀ ਮੇਰੇ ਨਾਲ ਬਹਿ ਕੇ ਛਕਿਆ ਨਹੀਂ। ਫਿਰ ਮੈਂ ਦੂਜੀ ਵਾਰ ਇਹ ਸੇਵਾਦਾਰਾਂ ਨੇ ਵੀ ਕਿਹਾ ਵੀ ਤੁਸੀਂ ਬਹਿ ਜਾਓ ਜੀ, ਛਕ ਲਓ। ਕਹਿੰਦੇ ਨਾ ਜੀ। ਚਲੋ ਫਿਰ ਅਸੀਂ, ਉਹਨੇ ਵੀ ਦੇਖ ਲਿਆ ਵੀ ਸ਼ਾਇਦ ਇਹਨਾਂ ਨੂੰ ਚੰਗਾ ਨਹੀਂ ਲੱਗਿਆ, ਮੈਂ ਬੈਠ ਕੇ ਛਕਿਆ ਨਹੀਂ ਪੰਗਤ ਵਿੱਚ। ਉਹ ਸਾਡੇ ਕੋਲ ਬਾਅਦ ਰੂਮ ਵਿੱਚ ਆ ਗਿਆ। ਮੈਂ ਉਹਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਬਚਨ ਨਹੀਂ ਮੰਨਦੇ, ਤੁਸੀਂ ਸੰਤਾਂ ਦੀ ਸੰਗਤ ਨਹੀਂ ਕਰਦੇ, ਤੁਸੀਂ ਕਿਸੇ ਗੁਰਮੁਖ ਦੀ, ਕਿਸੇ ਰੱਬ ਰੰਗੀ ਰੂਹ ਦੀ ਸੰਗਤ ਵਿੱਚ ਨਹੀਂ ਜਾਂਦੇ। ਬਚਨ ਮੰਨੀਦਾ ਹੁੰਦਾ, ਕਹਿਣਾ ਮੰਨੀਦਾ ਹੁੰਦਾ ਹੈ। ਕਹਿੰਦੇ ਜੀ ਕਹਿਣਾ ਮੰਨਣ ਨੂੰ ਤਾਂ ਮੈਂ ਤਿਆਰ ਹਾਂ, ਪਰ ਮੇਰੀ ਪ੍ਰੋਬਲਮ ਬਹੁਤ ਵੱਡੀ ਹੈ। ਮੈਨੂੰ ਪੁੱਛਿਆ ਕੀ ਪ੍ਰੋਬਲਮ ਹੈ ਭਾਈ ਸਾਹਿਬ ਤੁਹਾਡੀ? ਕਹਿੰਦਾ ਮੈਨੂੰ ਇਹੋ ਜੀ ਬਿਮਾਰੀ ਲੱਗੀ ਹੋਈ ਹੈ, ਆਟਾ ਛਾਣ ਕੇ ਮੈਂ ਬੂਰੇ ਦੀਆਂ ਰੋਟੀਆਂ ਖਾਣਾ। ਜੇ ਕਿਤੇ ਮੈਂ ਆਟੇ ਦੀਆਂ ਰੋਟੀਆਂ ਖਾ ਲੀਆਂ ਨਾ, ਕਣਕ ਦੇ ਆਟੇ ਦੀਆਂ, ਮੈਂ ਮਰ ਜੂੰਗਾ। ਮੈਂ ਬੂਰੇ ਦੀਆਂ ਰੋਟੀਆਂ ਖਾਣਾ, ਸਵੇਰੇ ਵੀ ਬੂਰੇ ਦੀ ਰੋਟੀ, ਦੁਪਹਿਰੇ ਵੀ ਬੂਰੇ ਦੀ ਰੋਟੀ, ਸ਼ਾਮ ਨੂੰ ਵੀ। ਉਹ ਮਗਾ ਅਸੀਂ ਤਾਂ ਡੰਗਰਾਂ ਨੂੰ ਪਾਉਂਦੇ ਆ ਯਾਰ, ਤੇਰੇ ਨਾਲ ਤਾਂ ਸਾਡੇ ਡੰਗਰ ਚੰਗੇ, ਉਹਨਾਂ ਨੂੰ ਦਾਣਾ ਪਾਉਂਦੇ ਆ, ਦਾਣੇ ਦੇ ਰੂਪ ਚ ਪਾਉਂਦੇ ਆ, ਤੂੰ ਤਾਂ ਪੈਸਾ ਹੀ ਤਾਂ ਨਹੀਂ ਸਭ ਕੁਛ ਹੈ। ਕਈ ਜਗ੍ਹਾ ਤੇ ਲਿਖਿਆ ਨਹੀਂ ਹੁੰਦਾ ਵੀ ਜਿਨ੍ਹਾਂ ਨੂੰ ਕਣਕ ਦੇ ਆਟੇ ਤੋਂ ਅਲਰਜੀ ਹੈ ਸਾਡੇ ਕੋਲੋਂ ਆਟਾ ਲੈ ਜਾਓ, ਇਹ ਅਲਰਜੀ ਨਹੀਂ ਹੋਣ ਦਿੰਦਾ। ਐਵੇਂ ਕਿਵੇਂ? ਇੰਨਾ ਪੈਸਾ, ਤੁਹਾਨੂੰ ਪਤਾ ਨਾ ਵਕੀਲਾਂ ਨੂੰ ਕਿੰਨਾ ਪੈਸਾ। ਜਿਵੇਂ ਆਪਾਂ ਗੱਲ ਕਰਦੇ ਸੀ ਵੀ ਸ਼ੁਰੂਆਤ ਹੀ, ਚਾਹੇ ਤੁਸੀਂ ਕਿਸੇ ਤੋਂ 10,000 ਰੁਪਇਆ ਲੈਣਾ, ਜੇ ਵਕੀਲ ਕਰੋਗੇ ਉਹ 15,000 ਲਊਗਾ ਤੁਹਾਡੇ ਤੋਂ ਫੀਸ। ਤੇ ਇੱਥੋਂ ਤਾਂ ਸਟਾਰਟਿੰਗ ਹੈ 15,000 ਤੋਂ 2 ਲੱਖ ਤੱਕ ਜਾ ਕੇ ਸ਼ੁਰੂ ਹੁੰਦਾ ਵੈਸੇ ਤਾਂ ਇਹਨਾਂ ਦਾ ਕੰਮ। ਕੀ ਫੂਕਣਾ ਐਸਾ ਪੈਸਾ ਜੇ ਤੂੰ ਕਣਕ ਦੇ ਆਟੇ ਦੀ ਰੋਟੀ ਉਹ ਨਹੀਂ ਖਾ ਸਕਦਾ। ਸੋ ਕਹਿਣ ਤੋਂ ਭਾਵ ਲੋਕਾਂ ਨੇ ਐ ਪਿੱਛੋਂ ਖਿੱਚ ਕੇ ਮੇਰੀ ਗਿੱਚੀ ਗੰਜੀ ਕੀਤੀ ਪਈ ਹੈ। ਤੇ ਸੰਤ ਜਨਾਂ ਨੇ, ਮਹਾਪੁਰਸ਼ਾਂ ਨੇ ਐਵੇਂ ਮੱਥਾ ਘਸਾਉਣੀ, ਪ੍ਰਵਾਨ ਕਰੋ ਗੁਰੂ ਨਾਨਕ ਨੂੰ, ਹੇ ਮਹਾਰਾਜ ਮੈਨੂੰ ਪ੍ਰਵਾਨ ਕਰੋ, ਸਾਨੂੰ ਤੇਰੀ ਲੋੜ ਨਹੀਂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਬੇਨਤੀ ਮੈਂ ਤੁਹਾਡੇ ਏਡੇ ਏਡੇ ਮਹਿਲ ਪਾ ਦਿਆਂਗੀ, ਮੈਂ ਮੰਦਿਰ ਬਣਾ ਦਿਆਂਗੀ। ਉਹ ਕਹਿੰਦੇ ਮੈਂ ਛੱਪਰੀ ਵੀ ਨਹੀਂ ਰੱਖਣੀ, ਜਿਹੜੀ ਛੱਪਰੀ 'ਚ ਰਹਿ ਕੇ ਜਾਂਦੇ ਉਹਨੂੰ ਵੀ ਅੱਗ ਲਾ ਜਾਇਆ ਕਰਦੇ। ਅਸੀਂ ਤਾਂ ਛੱਪਰੀ ਵੀ ਨਹੀਂ ਰੱਖਣੀ, ਕਿਤੇ ਮੋਹ ਨਾ ਰਹਿ ਜਾਵੇ, ਕਿਤੇ ਪਿਆਰ ਨਾ ਰਹਿ ਜਾਵੇ, ਕਿਤੇ ਅਟੈਚਮੈਂਟ ਨਾ ਰਹਿ ਜਾਵੇ। ਹੁਣ ਸਾਧ ਸੰਗਤ ਬਿੰਦ ਦਾ ਭਰੋਸਾ ਨਹੀਂ ਤੇ ਆਪਾਂ ਆਪਣੇ ਸਾਹਮਣੇ ਹੀ ਹੈ। ਸਤਿਗੁਰੂ ਕੀ ਕਹਿੰਦੇ ਨੇ ਬਾਣੀ ਦੇ ਵਿੱਚ? ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰਮ ਮੁੱਢ ਬੁਲਾਏ। ਕਹਿਣ ਤੋਂ ਭਾਵ ਕਿ ਆਪਾਂ ਇਹ ਕਾਫੀ ਲੰਮੇ ਸਮੇਂ ਤੋਂ ਵਿਆਖਿਆ ਪ੍ਰਾਰੰਭ ਕੀਤੀ ਹੋਈ ਹੈ। ਹਰੀ ਲਾਲ ਤੇ ਕ੍ਰਿਸ਼ਨ ਲਾਲ ਬੜੇ ਉਦਾਸ ਨੇ, ਮਨ ਵੈਰਾਗੀ ਹੈ। ਉਹਨਾਂ ਦੇ ਦਾਦਾ ਜੀ ਚੜ੍ਹਾਈ ਕਰ ਗਏ। ਮਨ ਦੀ ਸ਼ਾਂਤੀ ਲੈਣ ਵਾਸਤੇ ਆ 4 ਸ਼ਬਦਾਂ ਦੀ ਪ੍ਰਾਪਤੀ ਹੋ ਗਈ। ਇਹ 4 ਸ਼ਬਦ ਲੈ ਕੇ ਲਾਚੀ ਵੇਰੀ ਦੇ ਥੱਲੇ ਜਿੱਥੇ ਥੜਾ ਸਾਹਿਬ ਬਣਿਆ ਹੋਇਆ, ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਸਜੇ ਹੋਏ ਨੇ, ਗੁਰਬਾਣੀ ਉਚਾਰਨ ਕਰ ਰਹੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬਾਣੀ ਲਿਖ ਰਹੇ ਹਨ ਔਰ ਆ ਕੇ ਇਹ 4 ਸ਼ਬਦ ਸਤਿਗੁਰਾਂ ਨੂੰ ਭੇਂਟ ਕਰ ਦਿੱਤੇ ਔਰ ਬੇਨਤੀ ਕੀਤੀ, ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ, ਮਹਾਰਾਜ ਸਾਡੇ ਬਜ਼ੁਰਗ ਚੜ੍ਹਾਈ ਕਰ ਗਏ ਨੇ, ਗੁਜ਼ਰ ਗਏ ਨੇ, ਸਾਡਾ ਮਨ ਬੜਾ ਉਦਾਸ ਹੈ, ਉਹਨਾਂ ਤੋਂ ਬਿਨਾਂ ਰਹਿਣਾ ਸਾਨੂੰ ਬੜਾ ਮੁਸ਼ਕਲ ਲੱਗਦਾ, ਮੋਹਾਲ ਲੱਗਦਾ। ਕਿਰਪਾ ਕਰੋ ਕੋਈ ਐਸਾ ਗਿਆਨ ਕਰਾਓ ਸਾਡਾ ਮਨ ਖੜ ਜਾਏ, ਸਾਡਾ ਮਨ ਸਥਿਰ ਹੋ ਜਾਏ, ਸਾਡੀ ਭਟਕਣਾ ਮੁੱਕ ਜਾਏ। ਐ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਚਰਨਾਂ 'ਚ ਬਿਠਾ ਲਿਆ ਔਰ ਫਿਰ ਪ੍ਰਵਚਨ ਕੀਤਾ। ਮਹਾਰਾਜ ਜੀ ਕਹਿੰਦੇ, ਹੇ ਅਜਿਤ ਸੂਰ ਸੰਗਰਾਮੰ ਅਤਬਲ ਨਾ ਬਹੁ ਮਰਦਨ ਹੈ। ਕਹਿੰਦੇ ਐ ਜੀਵ, ਇਹ ਜੋ ਅਟੈਚਮੈਂਟ ਹੈ, ਇਹ ਜੋ ਇੱਕ ਦੂਜੇ ਦੇ ਨਾਲ ਮੁਹੱਬਤ ਹੈ, ਪ੍ਰੇਮ ਹੈ, ਇਹ ਕਿਸੇ ਲਿਮਿਟ ਵਿੱਚ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪ ਦਾ ਬੱਚਾ ਰੋਂਦਾ ਹੈ, ਘੁੱਟ ਕੇ ਬੁੱਕਲ 'ਚ ਲੈ ਲੈਂਦੇ ਹੋ, ਜੇ ਦੂਸਰੇ ਦਾ ਰੋਂਦਾ ਵੀ ਕੋਲ ਆਉਂਦਾ 2 ਚਪੇੜਾਂ ਮਾਰ ਦਿੰਦੇ ਹੋ ਉਹਦੇ। ਆਪ ਦੇ ਵਾਲੇ ਨੂੰ ਘੁੱਟ-ਘੁੱਟ ਪਿਆਰ ਕਰਦੇ ਹੋ। ਮਤਲਬ ਇਹ ਤੁਹਾਨੂੰ ਆਪ ਦੇ ਨਾਲ ਪਿਆਰ ਹੈ ਪਰ ਦੂਸਰੇ ਦੇ ਨਾਲ ਨਹੀਂ ਹੈ। ਤੁਹਾਡਾ ਬੱਚਾ ਡਿੱਗ ਜਾਂਦਾ, ਭੱਜ ਕੇ ਜਾ ਕੇ ਚੁੱਕਦੇ ਹੋ,
ਦੂਜੇ ਦਾ ਡਿੱਗ ਜਾਂਦਾ, ਚਪੇੜ ਮਾਰਦੇ ਹੋ ਤੇ ਤੋਂ ਦੇਖ ਕੇ ਨਹੀਂ ਤੁਰਿਆ ਜਾਂਦਾ। ਇਹ ਤੁਹਾਡਾ ਮੋਹ ਹੈ, ਆਪ ਦੇ ਬੱਚੇ ਨਾਲ ਮੋਹ ਹੈ। ਕਦੇ ਫੋਨ ਤੇ ਗੱਲ ਕਰਦੇ, ਉਹਦੀਆਂ ਤੋਤਲੀਆਂ ਗੱਲਾਂ ਸੁਣਦੇ ਹੋ, ਉਹਨੂੰ ਬੋਲਣਾ ਵੀ ਨਹੀਂ ਆਉਂਦਾ, ਸਮਝਣਾ ਵੀ ਨਹੀਂ ਆਉਂਦਾ, ਪਰ ਤੁਸੀਂ ਫੋਨ ਤੇ ਕਹਿੰਦੇ ਹੋ ਹਾਂ ਪੁੱਤ ਤੂੰ ਮੈਨੂੰ ਯਾਦ ਕਰਦਾ, ਤੂੰ ਮੈਨੂੰ ਬੁਲਾਉਂਦਾ। ਇਹ ਮੋਹ ਹੈ। ਇਸ ਅਟੈਚਮੈਂਟ ਤੋਂ ਬਚਣਾ। ਕੀ ਕਹਿੰਦੇ ਨੇ? ਹੇ ਅਜਿਤ ਸੂਰ ਸੰਗਰਾਮੰ, ਨਾ ਜਿੱਤੇ ਜਾਣ ਵਾਲੇ ਮੋਹ, ਤੂੰ ਯੁੱਧ ਦਾ ਸੂਰਮਾ ਹੈ, ਤੂੰ ਅਨੇਕਾਂ ਮਹਾਬਲੀਆਂ ਨੂੰ ਮਲ ਦੇਣ ਵਾਲਾ ਹੈ, ਐਡਾ ਤਕੜਾ ਯੋਧਾ ਹੈ। ਮੋਹ ਦੀਆਂ ਤੰਦਾਂ ਵਿਦੇਸ਼ਾਂ ਵਿੱਚ ਬੈਠੇ ਬੱਚਿਆਂ ਨੂੰ ਮਾਈਆਂ ਯਾਦ ਕਰਦੀਆਂ ਕਰਦੀਆਂ ਮਰ ਜਾਂਦੀਆਂ ਨੇ, ਫਿਰ ਉਹਨਾਂ ਦੇ ਮੋਹ ਦੇ ਵਿੱਚ ਵਿਚਾਰੀਆਂ ਭੂਤ ਪ੍ਰੇਤ ਬਣ ਕੇ ਭਟਕਦੀਆਂ ਫਿਰਦੀਆਂ ਨੇ। ਮੋਹ ਦੀਆਂ ਤੰਦਾਂ ਮੁਕਤੀ ਨਹੀਂ ਹੋਣ ਦਿੰਦੀਆਂ। ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਦੇ ਹੋਏ ਜਾ ਰਹੇ ਨੇ। ਇੱਕ ਖੇਤ ਦੇ ਵਿੱਚ ਦੀ ਲੰਘੇ, ਜੱਟ ਜ਼ਿਮੀਂਦਾਰ ਬਲਦਾਂ ਦੇ ਨਾਲ ਖੇਤੀ ਕਰਦਾ, ਸਤਿਗੁਰੂ ਦੇ ਨਜ਼ਦੀਕ ਜਾ ਕੇ ਬੈਠ ਗਏ। ਜਦੋਂ ਗੇੜਾ ਦੇ ਕੇ ਹਲਾਈ ਦੇ ਕੇ ਵਾਪਸ ਆਇਆ, ਉਦੋਂ ਤੱਕ ਇਸ ਜ਼ਿਮੀਂਦਾਰ ਦੀ ਘਰ ਵਾਲੀ ਬੀਬੀ ਪ੍ਰਸ਼ਾਦਾ ਲੈ ਕੇ ਆ ਗਈ। ਪ੍ਰਸ਼ਾਦਾ ਜ਼ਿਮੀਂਦਾਰ ਨੇ ਰੱਖਿਆ, ਕਹਿੰਦਾ 3 ਸੰਤ ਬੈਠੇ ਨੇ, ਕਾਫੀ ਦੇਰ ਤੋਂ ਬੈਠੇ ਨੇ, ਚਲੋ ਭੋਜਨ ਛਕਾ ਦਈਏ ਇਹਨਾਂ ਨੂੰ। ਕੋਲ ਜਾ ਕੇ ਕਹਿੰਦਾ ਮਹਾਰਾਜ ਤੁਸੀਂ ਪ੍ਰਸ਼ਾਦਾ ਛਕਣਾ, ਮੇਰੀ ਭਾਗਵਾਨ ਪ੍ਰਸ਼ਾਦਾ ਲੈ ਕੇ ਆਈ ਹੈ। ਕਹਿੰਦੇ ਛਕਾ ਦੇ ਸੱਜਣਾ। ਇੱਥੇ 1-2 ਜਗ੍ਹਾ ਤੇ ਜ਼ਿਕਰ ਆਉਂਦਾ ਜਿੱਥੇ ਗੁਰੂ ਨਾਨਕ ਨੇ ਪ੍ਰਸ਼ਾਦਾ ਛਕਿਆ ਨਹੀਂ, ਉਹ ਪੌਣ ਆਹਾਰੀ ਸਨ। ਕਿਤੇ ਬਹੁਤੀ ਜਗ੍ਹਾ ਜ਼ਿਕਰ ਨਹੀਂ ਆਉਂਦਾ। ਇੱਕ ਜਿੱਦਣ ਬੇਬੇ ਨਾਨਕੀ ਪ੍ਰਸ਼ਾਦਾ ਪਕਾ ਰਹੀ ਸੀ, ਪ੍ਰਸ਼ਾਦਾ ਫੁੱਲ ਗਿਆ, ਬੜਾ ਵਧੀਆ ਪ੍ਰਸ਼ਾਦਾ ਦੇਖ ਕੇ ਕਹਿੰਦੇ ਅੱਜ ਜੇ ਮੇਰਾ ਵੀਰ ਮੇਰੇ ਕੋਲ ਐ ਪਟੜੀ ਤੇ ਬੈਠ ਕੇ ਆ ਫੁੱਲਿਆ ਹੋਇਆ ਪ੍ਰਸ਼ਾਦਾ ਛਕੇ ਤਾਂ ਕਿੰਨਾ ਆਨੰਦ ਬਣੇ। ਉਹਦੀ ਬਾਬੇ ਨਾਨਕ ਨੇ ਗੇਟ ਖੜਕਾਤਾ, ਬੇਬੇ ਗੇਟ ਖੋਲ, ਭੁੱਖ ਬੜੀ ਲੱਗੀ, ਛਕਾ ਭੋਜਨ। ਇੱਕ ਉਦੋਂ ਜ਼ਿਕਰ ਆਉਂਦਾ, ਜ਼ਿਮੀਂਦਾਰ ਨੇ ਸਤਿਗੁਰਾਂ ਨੂੰ ਪੁੱਛਣਾ ਕੀਤਾ, ਸਤਿਗੁਰੂ ਕਹਿੰਦੇ ਜ਼ਰੂਰ ਛਕਾਂਗੇ। ਸਤਿਗੁਰਾਂ ਨੇ, ਸਾਥੀ ਭਾਈ ਬਾਲਾ ਜੀ, ਭਾਈ ਮਰਦਾਨਾ ਜੀਆਂ ਨੇ ਭੋਜਨ ਛਕਿਆ। ਜਦੋਂ ਸਤਿਗੁਰੂ ਅਰਦਾਸਾਂ ਕਰਨ ਲੱਗੇ, ਚੂੜਾ ਪੜਨ ਲੱਗੇ, ਸਤਿਗੁਰੂ ਕਹਿੰਦੇ ਮਰਦਾਨਿਆ ਇਹਦੀ ਤਾਂ ਵਿਚਾਰੇ ਦੀ ਉਮਰ ਮੁੱਕ ਗਈ, ਇਹਦੀ ਮੁਕਤੀ ਕਰ ਦਈਏ, ਇਹਦਾ ਭਲਾ ਕਰ ਦਈਏ। ਉਹ ਕਹਿੰਦੇ ਮਹਾਰਾਜ ਸੰਸਾਰੀ ਲੋਕ ਐਸੇ ਵੈਸੇ ਹੀ ਹੁੰਦੇ ਨੇ, ਬਾਕੀ ਤੁਹਾਡੀ ਰਜਾ। ਕਹਿੰਦੇ ਜ਼ਿਮੀਂਦਾਰਾ ਤੂੰ ਸਾਨੂੰ ਪ੍ਰਸ਼ਾਦਾ ਛਕਾਇਆ, ਭਾਈ ਤੇਰਾ ਧੰਨਵਾਦ ਹੈ, ਤੇਰੀ ਮੁਕਤੀ ਕਰ ਦਈਏ। ਉਹ ਕਹਿੰਦਾ ਬਾਬਾ ਇੱਕ ਤੈਨੂੰ ਰੋਟੀਆਂ ਖਿਲਾਈਆਂ, ਇੱਕ ਤੂੰ ਮੈਨੂੰ ਮਾਰਨ ਨੂੰ ਫਿਰਦਾ। ਲੋਕਾਂ ਨੂੰ ਤਾਂ ਇਹੀ ਲੱਗਦਾ ਨਾ ਵੀ ਮੁਕਤੀ ਦਾ ਮਤਲਬ ਹੈ ਮਰ ਗਏ। ਆਪਾਂ ਅਰਦਾਸ ਤੋਂ ਬਾਅਦ ਵੀ ਐਂ ਕਹਿੰਦੇ ਵੀ ਮਾਰੇ ਵੀ ਵਿਛੜੀ ਰੂਹ ਆਤਮਾ ਨੂੰ ਮੁਕਤੀ ਬਖਸ਼ੋ, ਆਵਾਗਮਨ ਦੇ ਚੱਕਰ ਤੋਂ ਬਚਾਓ। ਮਹਾਰਾਜ ਇੱਕ ਤੁਹਾਨੂੰ ਰੋਟੀਆਂ ਖਿਲਾਈਆਂ, ਇੱਕ ਤੁਸੀਂ ਕਹਿੰਦੇ ਤੇਰੀ ਮੁਕਤੀ ਕਰ ਦਈਏ। ਮਹਾਰਾਜ ਨਹੀਂ ਮੈਂ ਨਹੀਂ ਕਰਾਉਣੀ ਮੁਕਤੀ। ਉਹ ਕਹਿੰਦੇ ਮੁਕਤੀ ਦਾ ਮਤਲਬ ਤੈਨੂੰ ਪਤਾ? ਕਹਿੰਦਾ ਮੈਂ ਤੁਹਾਨੂੰ ਮਤਲਬ ਵੀ ਨਹੀਂ ਪੁੱਛਣਾ। ਮਹਾਰਾਜ ਦੇਖੋ ਮੈਂ ਖੇਤ ਬਾਹਰ ਹਾਂ, ਤੁਸੀਂ ਮੈਨੂੰ ਮਾਰਨ ਦੀਆਂ ਗੱਲਾਂ ਕਰਦੇ ਹੋ ਪਏ, ਮੈਂ ਨਹੀਂ ਮੁਕਤੀ ਲੈਣੀ ਚਾਹੁੰਦਾ। ਉਹ ਕਹਿੰਦੇ ਤੂੰ ਸਾਡੀ ਗੱਲ ਧਿਆਨ ਨਾਲ ਕਿਉਂ ਨਹੀਂ ਸੁਣਦਾ? ਅਣਸੁਣੀ ਕਰਕੇ ਚੱਲ ਪਿਆ। ਸਤਿਗੁਰੂ ਕਹਿੰਦੇ ਮਰਦਾਨਿਆਂ ਫੇਰ ਆਉਣਾ ਪੈਣਾ ਇਹਦਾ ਭਲਾ ਕਰਨ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ ਸਾਥੀਆਂ ਨੂੰ ਲੈ ਕੇ। ਜਦੋਂ ਸਤਿਗੁਰੂ 5-4 ਸਾਲ ਬਾਅਦ ਫਿਰ ਉਹਦੀ ਮੁਕਤੀ ਵਾਸਤੇ ਉੱਥੇ ਪਹੁੰਚੇ। ਮੈਂ ਅਟੈਚਮੈਂਟ ਦੀ ਗੱਲ ਕਰ ਰਿਹਾ, ਮੋਹ ਦੀਆਂ ਤੰਦਾਂ ਦੀ। ਜੇ ਸਾਡਾ ਇਸ ਸੰਸਾਰ ਦੇ ਨਾਲ ਮੋਹ ਰਹਿ ਗਿਆ ਨਾ, ਆ ਗੁਰੂ ਦਾ ਇਤਿਹਾਸ ਹੈ, ਤੁਸੀਂ ਸੁਣਿਓ ਜਰਾ ਧਿਆਨ ਨਾਲ। ਰਹਿਣਾ ਸੰਸਾਰ ਦੇ ਵਿੱਚ ਹੈ, ਚਿੱਤ ਕਰਤਾਰ ਦੇ ਨਾਲ ਜੁੜਿਆ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਸਾਡੀ ਅਟੈਚਮੈਂਟ, ਸਾਡਾ ਪਿਆਰ ਇੰਨਾ ਜ਼ਿਆਦਾ ਹਾਵੀ ਹੋ ਜਾਵੇ, ਅਸੀਂ ਵਾਹਿਗੁਰੂ ਵਾਲੀ ਅਟੈਚਮੈਂਟ ਤੋਂ ਟੁੱਟ ਹੀ ਜਾਈਏ। ਹੁਣ ਸਾਧ ਸੰਗਤ ਜਦੋਂ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਦੁਬਾਰਾ ਫੇਰ ਉਸ ਨਗਰ ਵਿੱਚ ਆ ਗਏ। ਆ ਕੇ ਕਹਿੰਦੇ ਮਰਦਾਨੇ ਜ਼ਿਮੀਂਦਾਰ ਤਾਂ ਦਿੰਦਾ ਨਹੀਂ ਆਪਾਂ ਨੂੰ, ਜਿਹਨੇ ਪ੍ਰਸ਼ਾਦਾ ਛਕਾਇਆ ਸੀ। ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ, ਤ੍ਰਿਕਾਲ ਦਰਸ਼ੀ ਹੋ, ਸਭ ਜਾਣਦੇ ਹੋ, ਦੇਖ ਲਓ ਕਿੱਥੇ ਹੈ। ਜਦੋਂ ਸਤਿਗੁਰਾਂ ਨੇ ਦਿਵ ਦ੍ਰਿਸ਼ਟੀ ਨਾਲ ਅੰਤਰ ਧਿਆਨ ਹੋ ਕੇ ਦੇਖਿਆ, ਕਹਿੰਦੇ ਮਰਦਾਨਿਆ ਓਏ ਉਹ ਤਾਂ ਉਹਦੇ ਹਲ ਦੇ ਨਾਲ ਜੁੜਿਆ ਹੋਇਆ ਬੌਲਦ ਬਣਿਆ ਫਿਰਦਾ, ਆਪਾਂ ਨੂੰ ਇਹਨੇ ਪ੍ਰਸ਼ਾਦਾ ਛਕਾਇਆ ਤੇ ਇਹ ਜੂਨਾਂ ਦੇ ਵਿੱਚ ਆ ਗਿਆ।
ਕਿਉਂਕਿ ਗੁਰਬਾਣੀ 'ਚ ਆਪਾਂ ਪਿਛਲੇ ਦੀਵਾਨਾਂ 'ਚ ਵਿਚਾਰਿਆ ਸੀ, ਗੁਰਮੰਤਰ ਗਿਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੈ ਤੁਲ ਖਲੈ। ਜਿਹੜੇ ਗੁਰੂ ਦਾ ਬਚਨ ਨਹੀਂ ਨਾ ਮੰਨਦੇ, ਕਾਮਾ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ। ਪ੍ਰਵਚਨਾਂ ਦੇ ਉੱਤੇ ਨਹੀਂ ਚੱਲੇ, ਜਿਹੜੇ ਆਗਿਆ ਦੇ ਵਿੱਚ ਨਹੀਂ ਚੱਲੇ, ਸਾਧ ਸੰਗਤ, ਸਤਿਗੁਰੂ ਕਹਿੰਦੇ ਫਿਰ ਹੁਣ ਆਪਾਂ ਭਲਾ ਤਾਂ ਇਹਦਾ ਕਰਨਾ ਹੈ, ਦੁੱਖ ਤਾਂ ਇਹਦਾ ਕੱਟਣਾ ਹੈ। ਕਹਿੰਦਾ ਦੇਖ ਲਓ ਮਹਾਰਾਜ ਪੁੱਛ ਕੇ ਉਸ ਬੱਚੇ ਨੂੰ, ਕਹਿੰਦੇ ਬੇਟਾ ਅਸੀਂ ਤੇਰੇ ਬੋਲਦ ਨਾਲ ਗੱਲਾਂ ਕਰਨੀਆਂ ਚਾਹੁੰਦੇ ਆ। ਉਹ ਕਹਿੰਦਾ ਜੀ ਮਰਜ਼ੀ ਹੈ ਸੱਚੇ ਪਾਤਸ਼ਾਹ, ਕਰੋ। ਕੰਨ ਵਿੱਚ ਜਾ ਕੇ ਕਹਿੰਦੇ ਤੂੰ ਬੋਲਦ ਬਣਿਆ ਫਿਰਦਾ, ਤੂੰ ਗੁਰੂਆਂ ਦੀ ਸੇਵਾ ਕੀਤੀ ਹੋਵੇ, ਪ੍ਰਸ਼ਾਦਾ ਛਕਾਇਆ ਹੋਵੇ ਤੇ ਤੂੰ ਜੁੜਿਆ ਹੋਵੇਂ ਹਲ ਦੇ ਨਾਲ, ਤੇਰੀ ਮੁਕਤੀ ਕਰ ਦਈਏ। ਸਿਰ ਮਾਰਤਾ, ਕਹਿੰਦਾ ਬਿਲਕੁਲ ਨਹੀਂ। ਮਹਾਰਾਜ ਕਹਿੰਦੇ ਕਿਉਂ ਨਾ ਮੁਕਤੀ ਕਰੀਏ? ਕਹਿੰਦਾ ਇੱਕ ਤਾਂ 8 ਆਨੇ ਦਾ ਮੈਂ ਮਰ ਜੂੰਗਾ, ਇੱਕ 8 ਆਨੇ ਦਾ ਇਹਨਾਂ ਨੂੰ ਨਵਾਂ ਲੈਣਾ ਪਊਗਾ। ਤੁਸੀਂ ਤਾਂ ਮੇਰੇ ਪੁੱਤ ਨੂੰ ਘਾਟਾ ਪਾਉਂਦੇ ਹੋ, ਮੈਂ ਨਹੀਂ ਮਰਨਾ ਚਾਹੁੰਦਾ। ਮੋਹ ਦੀਆਂ ਤੰਦਾਂ ਆਪਾਂ ਵਿਚਾਰ ਰੱਖੇ ਹਾਂ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦ ਨੇ, ਤੂੰ ਇੰਨਾ ਜ਼ਿਆਦਾ ਬਲੀ ਹੈ, ਮੋਹ ਨੂੰ ਕਹਿੰਦੇ ਨੇ, ਇੰਨਾ ਜ਼ਿਆਦਾ ਬਲੀ ਹੈ, ਬੜੇ ਬੜਿਆਂ ਨੂੰ ਹਰਾ ਦਿੰਦਾ, ਬੜੇ ਬੜਿਆਂ ਦੇ ਉੱਤੇ ਹਾਵੀ ਹੋ ਜਾਂਦਾ। ਕਹਿਣ ਲੱਗੇ ਵੀ ਫਿਰ ਤੇਰਾ ਭਲਾ ਹੁਣ? ਕਹਿੰਦਾ ਮੈਂ ਨਹੀਂ ਕਰਾਉਣਾ ਭਲਾ। ਲੈ ਕੇ ਹਲ ਤੁਰ ਪਿਆ ਅੱਗੇ ਨੂੰ। ਸਾਧ ਸੰਗਤ, ਸਤਿਗੁਰੂ ਕਹਿੰਦੇ ਮਰਦਾਨੇ ਇਹ ਤਾਂ ਮੰਨਦਾ ਹੀ ਨਹੀਂ, ਇਹ ਜ਼ਿਮੀਂਦਾਰ ਬੜਾ ਕਸੂਤਾ ਟੱਕਰ ਗਿਆ ਆਪਾਂ ਨੂੰ, ਤਾਂ ਆਪਾਂ ਮੁਕਤੀ ਕਰਦੇ ਆ, ਮੁਕਤੀ ਲੈਂਦੇ ਹੀ ਨਹੀਂ ਹੈ। ਕਹਿੰਦੇ ਫਿਰ ਹੁਣ ਸੱਚੇ ਪਾਤਸ਼ਾਹ ਕਹਿੰਦੇ ਯਾਰ ਫੇਰ ਆਉਣਾ ਪੈਣਾ ਆਪਾਂ ਨੂੰ ਇਹਦਾ ਭਲਾ ਕਰਨ, ਫੇਰ ਆਉਣਾ ਪੈਣਾ। 7 ਵਚਨ ਸੱਚੇ ਪਾਤਸ਼ਾਹ। ਫਿਰ ਦੁਨੀਆ ਦਾ ਭ੍ਰਮਣ ਕਰਦੇ ਕਰਦੇ 5-4 ਸਾਲ ਬਾਅਦ ਫੇਰ ਆ ਗਏ, ਖੇਤ 'ਚ ਹੀ ਪਹੁੰਚ ਗਏ। ਜਦੋਂ ਦੇਖਿਆ ਕਹਿੰਦੇ ਮਰਦਾਨਿਆ ਦੀਂਦਾ ਨਹੀਂ ਇੱਥੇ, ਆਪਾਂ ਨੂੰ ਕਿੱਥੇ ਚਲਿਆ ਗਿਆ? ਕਹਿੰਦੇ ਮਹਾਰਾਜ ਤੁਸੀਂ ਜਾਣੀ ਜਾਣੋ, ਦੇਖ ਲਓ। ਜਦੋਂ ਦੇਖਿਆ ਤਾਂ ਪਿੰਡ ਦੇ ਵਿੱਚ ਘਰੇ ਕੁੱਤਾ ਬਣਿਆ ਹੋਇਆ ਹੈ। ਕਈ ਕੁੱਤਿਆਂ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ, ਉਹ ਕੀ ਪਤਾ ਆਪਣਾ ਕੌਣ ਹੈ, ਉਹ ਤਾਂ ਕਰਦੇ ਹੋ ਕਿਉਂਕਿ ਕਈਆਂ ਦੇ ਗਲ 'ਚ ਸੋਨੇ ਦੀ ਚੈਨ ਪਾਈ ਹੁੰਦੀ ਹੈ, ਕਈਆਂ ਦੇ ਬੀਜੇ ਲੱਗਦੇ ਨੇ। ਸਾਧ ਸੰਗਤ ਜੀ ਜਹਾਜ਼ਾਂ 'ਚ ਸੈਰ ਕਰਦੇ ਫਿਰਦੇ ਆ, ਕਈ ਪਿੰਜਰੇ ਦੇ ਵਿੱਚ ਰੱਖੇ ਨੇ ਐਸੇ ਸ਼ੇਰ ਜਿਨ੍ਹਾਂ ਦੀ ਟਿਕਟ ਲੱਗਦੀ ਹੈ। ਇੱਕ ਤਾਂ ਜੰਗਲ 'ਚ ਤੁਰਿਆ ਫਿਰਦਾ ਵਿਚਾਰਾ, ਇੱਕ ਦੀ ਟਿਕਟ ਲੱਗਦੀ ਹੈ। ਅਸੀਂ ਦੇਖ ਕੇ ਆਇਆ, ਗਏ ਸੀ ਦੁਬਈ, ਉੱਥੇ ਦੇਖ ਕੇ ਟਿਕਟਾਂ ਲੈ ਲੈ ਕੇ 100-100 ਦਰਾਮ ਦੀਆਂ ਟਿਕਟਾਂ ਲੈ ਕੇ ਦੇਖਣ ਜਾਈਦਾ ਉਹਨਾਂ ਨੂੰ। ਉਹ ਹੋਊਗਾ ਕੋਈ ਤਾਂ ਹੀ ਦੇਖਣ ਜਾਈਦਾ ਨਾ, ਆਪਣਾ ਕੋਈ ਸੰਬੰਧ ਹੋਊਗਾ ਉਹਦੇ ਨਾਲ। ਹੁਣ ਜਦੋਂ ਕਹਿੰਦੇ ਵੀ ਚੱਲ ਆਪਾਂ ਦੇਖੀਏ ਫਿਰ ਕੁੱਤੇ ਨੂੰ, ਜਦੋਂ ਪਿੰਡ ਗਏ ਜਾ ਕੇ ਕਹਿੰਦੇ ਉਹ ਗੱਲ ਸੁਣ, ਹੁਣ ਤੂੰ ਕੁੱਤਾ ਬਣ ਗਿਆ, ਤੇਰਾ ਭਲਾ ਕਰ ਦਈਏ, ਤੇਰੀ ਮੁਕਤੀ ਕਰ ਦਈਏ, ਤੂੰ ਜੂਨਾਂ 'ਚ ਤੁਰਿਆ ਫਿਰਦਾ, ਸਾਨੂੰ ਇੰਨੀ ਦੁਨੀਆ ਦਾ ਭ੍ਰਮਣ ਕਰਨ ਦੀ ਡਿਊਟੀ ਲੱਗੀ ਪਰਮੇਸ਼ਰ ਵੱਲੋਂ, ਤੇਰੇ ਕਰਕੇ ਸਾਨੂੰ ਮੁੜ ਆਉਣਾ ਪੈਂਦਾ ਯਾਰ, ਤੇਰੀ ਮੁਕਤੀ ਕਰ ਦਈਏ। ਉਹ ਕਹਿੰਦਾ ਗੱਲ ਸੁਣੋ ਮਹਾਰਾਜ, ਤੁਹਾਡੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ। ਮੇਰੇ ਨੂੰਹ, ਮੇਰਾ ਪੁੱਤ, ਸਾਡੇ ਘਰ ਦੇ ਜਿੰਨੇ ਮੈਂਬਰ ਨੇ ਸਾਰਾ ਦਿਨ ਬਹੁਤ ਕੰਮ ਕਰਦੇ ਨੇ ਵਿਚਾਰੇ, ਬਹੁਤ ਕੰਮ ਕਰਦੇ। ਜੇ ਅੱਜ ਹੁੰਦਾ ਉਹਨੇ ਕਹਣੇ ਬਹੁਤ ਟੀਵੀ ਦੇਖਦੇ ਨੇ ਜੀ, ਬਹੁਤ WhatsApp ਚਲਾਉਂਦੇ, ਬਹੁਤ Facebook ਚਲਾਉਂਦੇ, ਥੱਕ ਜਾਂਦੇ ਨੇ ਵਿਚਾਰੇ ਚਲਾਉਂਦੇ ਚਲਾਉਂਦੇ। ਉਦੋਂ ਦੇ ਹਿਸਾਬ ਨਾਲ ਕਿਹਾ ਉਹਨੇ, ਕਹਿੰਦਾ ਜੀ ਬਹੁਤ ਕੰਮ ਕਰਦੇ ਨੇ ਵਿਚਾਰੇ, ਥੱਕ ਜਾਂਦੇ ਨੇ, ਕਿਤੇ ਚੋਰ ਚੋਰੀ ਨਾ ਕਰਕੇ ਲੈ ਜਾਵੇ, ਇਸ ਕਰਕੇ ਮੈਂ ਸਾਰੀ ਰਾਤ ਰਖਵਾਲੀ ਕਰਦਾ ਕੁੱਤਾ ਬਣ ਕੇ। ਓਹੋ, ਉਹ ਤੂੰ ਗੁਰੂਆਂ ਨੂੰ ਪ੍ਰਸ਼ਾਦਾ ਛਕਾਇਆ ਹੋਵੇ ਤੇ ਤੂੰ ਇਹ ਜੂਨਾਂ 'ਚ ਭਟਕਦਾ ਫਿਰਦਾ ਹੋਵੇਂ। ਕਹਿੰਦਾ ਮੁਕਤੀ ਨਾ ਕਰਿਓ ਮੇਰੀ, ਮੁਕਤੀ ਨਹੀਂ ਮੈਂ ਚਾਹੁੰਦਾ, ਆਹ ਡਿਊਟੀ ਮੇਰੀ ਬਹੁਤ ਸੋਹਣੀ ਹੈ, ਮੈਨੂੰ ਕਰਨ ਦਿਓ। ਕਹਿੰਦੇ ਮਰਦਾਨੇ ਆ ਬਾਲਿਆ ਹੁਣ ਕੀ ਕਰੀਏ? ਇਹ ਤਾਂ ਮੰਨਦਾ ਹੀ ਨਹੀਂ, ਐਸਾ ਜ਼ਿਮੀਂਦਾਰ ਟੱਕਰਿਆ ਆਪਾਂ ਨੂੰ ਬੁੜਾ, ਇਹ ਹੁਣ ਇਹਦਾ ਕੀ ਕਰੀਏ? ਕਹਿੰਦੇ ਮਾਰੇ ਅਸੀਂ ਤਾਂ ਤੁਹਾਡੇ ਨਾਲ ਆ, ਜਿਵੇਂ ਕਰੋਗੇ ਠੀਕ ਹੀ ਹੈ। ਸਤਿਗੁਰੂ ਫੇਰ ਮੁੜ ਗਏ ਵਾਪਸ। ਜਦੋਂ ਮੁੜ ਗਏ 5-4 ਸਾਲ ਬਾਅਦ ਫੇਰ ਆ ਗਏ ਸੱਚੇ ਪਾਤਸ਼ਾਹ। ਜਦੋਂ ਆਏ ਕੀ ਦੇਖਦੇ ਨੇ? ਕੜੀਆਂ ਵਾਲਾ, ਕੜੀਆਂ ਸਲਵਾੜ, ਤੁਹਾਡੇ ਯਾਦ ਹੈ ਇਹੋ ਜਿਹੀਆਂ ਛੱਤਾਂ ਹੁੰਦੀਆਂ ਸੀ ਪਹਿਲਾਂ। ਥੱਲੇ ਇੱਕ ਬੱਚਾ ਸੁੱਤਾ ਪਿਆ ਮੰਜੇ ਤੇ, ਸੁੱਤਾ ਪਿਆ ਡਰ ਕੇ ਰੋਣ ਲੱਗ ਗਿਆ। ਛੱਤ ਦੇ ਵਿੱਚੋਂ ਸੱਪ ਨਿਕਲ ਆਇਆ, ਉਹ ਜਿਹੜਾ ਕੌਡੀਆਂ ਵਾਲਾ ਨਾਗ ਸੀ ਬਾਪੂ ਹੀ ਸੀ, ਉਹ ਐ ਨਿਕਲ ਆਇਆ ਉੱਤੋਂ ਛੱਤ ਦੇ ਵਿੱਚੋਂ। ਕੀ ਕਹਿੰਦਾ? ਇਹ ਤਾਂ ਜੀ ਮੇਰਾ ਪੁੱਤ, ਮੇਰਾ ਪੋਤਾ ਰੋਣ ਲੱਗ ਗਿਆ, ਮੈਂ ਇਹਨੂੰ ਗੋਦੀ 'ਚ ਲੈ ਲਵਾਂ, ਮੈਂ ਇਹਨੂੰ ਰੋਣੋਂ ਹਟਾ ਦੇਵਾਂ, ਮੈਂ ਇਹਨੂੰ ਜਾ ਕੇ ਪਿਆਰ ਦੇਵਾਂ, ਲੋਰੀਆਂ ਦੇਵਾਂ। ਆਤਮਾ ਤਾਂ ਬਾਪੂ ਵਾਲੀ ਹੋਈ ਹੈ, ਪਰ ਸਰੀਰ ਸੱਪ ਵਾਲਾ ਹੈ। ਜਦੋਂ ਇਹ ਉਤਰਿਆ ਨਾ ਉੱਤੋਂ,
ਤਾਂ ਸਾਧ ਸੰਗਤ ਜੀ ਜਿਹੜੇ ਉਹਦੇ ਅੱਗੇ ਪੁੱਤ ਪੋਤੇ ਸੀ ਉਹ ਕਹਿੰਦੇ ਸਿਰ 'ਚ ਮਾਰ, ਸਿਰ 'ਚ ਇਹਨੇ ਸਾਡੇ ਪੁੱਤ ਦੇ ਡੰਗ ਮਾਰਨਾ ਸੀ, ਸਿਰ 'ਚ ਮਾਰ। ਮਰਦਾਨੇ ਨੂੰ ਕਹਿੰਦੇ ਉਹ ਮਰਦਾਨਿਆ, ਆਪਾਂ ਇਹਨੂੰ ਪੁੱਛਣਾ ਹੀ ਨਹੀਂ ਭਲਾ ਕਰਨ ਵਾਸਤੇ, ਜਦੋਂ ਹੁਣ ਆਵਾਂਗੇ ਨਾ ਇਹਦੀ ਮੁਕਤੀ ਉਹ ਕਰ ਦਾਂਗੇ। ਆਪਣੀਆਂ ਅੱਖਾਂ ਦੇ ਸਾਹਮਣੇ ਇਹਦੇ ਪੁੱਤ ਪੋਤਿਆਂ ਨੇ ਮਾਰ-ਮਾਰ ਸੋਟੀਆਂ ਇਹਦੇ ਸਿਰ ਦੇ ਵਿੱਚ, ਇਹਨੂੰ ਖਤਮ ਕਰ ਦਿੱਤਾ। ਇਹ ਆਪਾਂ ਤੋਂ ਨਹੀਂ ਮੁਕਤੀ ਮੰਗਦਾ, ਆਪਦੇ ਪੁੱਤ ਪੋਤਿਆਂ ਤੋਂ ਸੋਟੀਆਂ ਖਾ ਕੇ ਮਰ ਗਿਆ। ਸਾਧ ਸੰਗਤ ਸਤਿਗੁਰੂ ਚਲੇ ਗਏ। ਕੁਝ ਦਿਨਾਂ ਤੋਂ ਬਾਅਦ ਸਤਿਗੁਰੂ ਵਾਪਸ ਆ ਗਏ। ਮੈਂ ਤੁਹਾਨੂੰ ਦੱਸ ਰਿਹਾ, ਹੇ ਅਜਿਤ ਸੂਰ ਸੰਗਰਾਮੰ ਅਤਬਲ ਨਾ ਬਹੁ ਮਰਦ ਨੇ। ਮਾਣ ਨਹੀਂ ਟੁੱਟਦਾ, ਮੋਹ ਨਹੀਂ ਟੁੱਟਦਾ, ਪ੍ਰੇਮ ਨਹੀਂ ਟੁੱਟਦਾ, ਚਾਹੇ ਸੱਪ ਬਣ ਕੇ ਘਰਦਿਆਂ ਤੋਂ ਡੰਡੇ ਖਾ ਖਾ ਕੇ ਮਰ ਜਵੇ, ਮੋਹ ਨਹੀਂ ਟੁੱਟਦਾ। ਮੋਹ ਦੀਆਂ ਤੰਦਾਂ ਬੜੀਆਂ ਕਰੜੀਆਂ ਨੇ। ਮੋਹ ਤੋੜਨਾ ਵੀ ਹੈ, ਰੱਖਣਾ ਵੀ ਹੈ। ਮੋਹ ਓਨਾ ਕੁ ਰੱਖਣਾ ਜਿੰਨਾ ਮਰਨ ਤੋਂ ਪਹਿਲਾਂ ਪਹਿਲਾਂ ਖਤਮ ਹੋ ਜਵੇ। ਸਤਿਗੁਰੂ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸ਼ਵਾ ਜੋਨ ਬਲ ਬਲ ਉਤਰੈ। ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਉਤਰੈ। ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਉਤਰੈ। ਜਿਹੜੇ ਅੰਤ ਕਾਲ ਮਰਨ ਵੇਲੇ ਇਹਨਾਂ ਚੀਜ਼ਾਂ ਦਾ ਚਿੰਤਨ ਕਰਦੇ ਨੇ ਤਾਂ ਇਹਨਾਂ ਜੂਨਾਂ 'ਚ ਜਾਂਦੇ ਨੇ। ਲਿਖਿਆ ਗੁਰਬਾਣੀ 'ਚ ਬਕਾਇਦਾ ਸਤਿਗੁਰਾਂ ਨੇ। ਇਹ ਕੋਈ ਮਨ ਘੜਤ ਗੱਲਾਂ ਨਹੀਂ ਜੋ ਅਸੀਂ ਸੁਣਾ ਰਹੇ ਹਾਂ ਤੁਹਾਨੂੰ। ਸਤਿਗੁਰੂ ਸੱਚੇ ਪਾਤਸ਼ਾਹ ਕੁਝ ਕੁ ਦਿਨਾਂ ਬਾਅਦ ਹੀ ਆ ਗਏ। ਆ ਕੇ ਦੇਖਦੇ ਐ, ਮਰਦਾਨਿਆਂ ਮਾਰ ਜਰਾ ਦ੍ਰਿਸ਼ਟੀ। ਸੱਚੇ ਪਾਤਸ਼ਾਹ ਤੁਸੀਂ ਅੰਤਰਯਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਸੱਚੇ ਪਾਤਸ਼ਾਹ ਤੁਸੀਂ ਸਭ ਜਾਣਦੇ ਹੋ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ ਗੁਣ ਨਹੀਂ ਮੂਰਖ ਜਾਤਾਰੇ। ਤੁਸੀਂ ਜਾਣੀ ਜਾਣੋ ਸੱਚੇ ਪਾਤਸ਼ਾਹ। ਇੱਧਰ ਉੱਧਰ ਦੇਖਿਆ ਕਿਤੇ ਦੀਂਦਾ ਨਹੀਂ। ਜਦੋਂ ਸਤਿਗੁਰਾਂ ਨੇ ਨੀਚੇ ਨੂੰ ਦ੍ਰਿਸ਼ਟੀ ਮਾਰੀ ਨਾ, ਉਹ ਜਿਹੜੀ ਨਾਲੀ ਘਰ ਦੇ ਬਾਹਰਲੇ ਪਾਸੇ ਗੰਦੀ ਨਾਲੀ ਵਗਦੀ ਹੁੰਦੀ ਹੈ, ਸਾਧ ਸੰਗਤ ਉਸ ਗੰਦੀ ਨਾਲੀ ਵਿੱਚ ਬਿਸ਼ਟਾ ਦਾ ਗੰਦਗੀ ਦਾ ਕੀੜਾ ਬਣਿਆ ਹੋਇਆ ਹੈ। ਮੋਹ ਦੀਆਂ ਤੰਦਾਂ ਇੰਨੀਆਂ ਨੀਚ, ਇੰਨੀਆਂ ਘਟੀਆ, ਮੁਕਤੀ ਨਹੀਂ ਹੋਣ ਦਿੰਦੀਆਂ, ਭਟਕਣਾ ਦੇ ਵਿੱਚ ਪਾ ਕੇ ਰੱਖਦੀਆਂ ਨੇ ਇਸ ਜੀਵ ਨੂੰ। ਕਹਿਣ ਲੱਗੇ ਉਹ ਮਰਦਾਨਿਆ, ਆ ਦੇਖ ਸਾਰੇ ਕੀੜੇ ਦਿੰਦੇ ਤੈਨੂੰ। ਕਹਿੰਦਾ ਮੁਸ਼ਕ ਬੜਾ ਮਾਰਦਾ ਸੱਚੇ ਪਾਤਸ਼ਾਹ, ਕੀ ਦਿਖਾ ਰਹੇ ਹੋ? ਉਹ ਕਹਿੰਦੇ ਮਰਦਾਨਿਆ, ਇਹ ਉਹੀ ਬੁੜਾ ਜਿਹਨੇ 2 ਰੋਟੀਆਂ ਖਿਲਾਈਆਂ ਸੀ ਆਪਾਂ ਨੂੰ, ਇਹ ਉਹੀ ਬਾਪੂ ਹੈ। ਆ 2 ਡੱਕੇ ਲੈ, ਕੱਢ ਇਹਨੂੰ ਗੰਦੀ ਨਾਲੀ ਚੋਂ ਬਾਹਰ, ਇਹਦੀ ਕਰੀਏ ਮੁਕਤੀ। ਜਦੋਂ ਉਹਨੂੰ ਸੁਣਿਆ ਵੀ ਮੁਕਤੀ ਦੀ ਗੱਲ ਚੱਲਦੀ ਹੈ, ਸਾਧ ਸੰਗਤ ਜੀ ਪਰੇ ਨੂੰ ਭੱਜਦਾ। ਕੀੜੇ ਤਾਂ ਜਿੱਧਰ ਨੂੰ ਪਾਣੀ ਆਉਂਦਾ ਉਧਰ ਨੂੰ ਜਾਂਦੇ ਨੇ, ਇਹ ਪੁੱਠੇ ਪਾਸੇ ਨੂੰ ਜਾਂਦਾ। ਜਿੱਦਣ ਦਾ ਸਤਿਗੁਰਾਂ ਨੇ ਮੁਕਤੀ ਦਾ ਬਚਨ ਕੀਤਾ, ਸਾਰੇ ਕੰਮ ਪੁੱਠੇ ਕਰਦਾ, ਤਾਂ ਹੀ ਜੂਨਾਂ 'ਚ ਤੁਰਿਆ ਫਿਰਦਾ। ਪਹਿਲੇ ਦਿਨ ਹੀ ਮੁਕਤੀ ਮੰਗ ਲੈਂਦਾ। ਨਾਲੇ ਸਤਿਗੁਰੂ ਹੋਰ ਸੰਗਤਾਂ ਦਾ ਭਲਾ ਕਰ ਦਿੰਦੇ ਜਾ ਕੇ। ਕਰਨੀ ਕੁਛ ਇਸ ਤਰ੍ਹਾਂ ਦੀ ਉਸਦੀ। ਹੁਣ ਸਤਿਗੁਰੂ ਕਹਿੰਦੇ ਆ ਜਿਹੜਾ ਪੁੱਠੇ ਪਾਸੇ ਨੂੰ ਭੱਜਿਆ ਜਾਂਦਾ ਨਾ, 2 ਡੱਕਿਆਂ ਨਾਲ ਫੜ ਕੇ ਬਾਹਰ ਕੱਢ ਇਹਨੂੰ। 2 ਡੱਕਿਆਂ ਦੇ ਨਾਲ ਕੱਢ ਕੇ ਅੱਗੇ ਧਰ ਦਿੱਤਾ। ਉਹ 'ਚੋਂ ਆਵਾਜ਼ਾਂ ਆਉਂਦੀਆਂ, ਸਤਿਗੁਰੂ ਤਾਂ ਸਭ ਦੀ ਜਾਣਦੇ ਐ। ਕਹਿੰਦਾ ਹਜੇ ਵੀ ਨਾ ਮਾਰੋ। ਮਹਾਰਾਜ ਜੀ ਕਹਿੰਦੇ ਕਿਉਂ ਨਾ ਮਾਰੀਏ? ਕਹਿੰਦਾ ਮੇਰੀਆਂ ਜਿਹੜੀਆਂ ਨੋਹਾਂ ਨੇ ਨਾ, ਇੰਨੀਆਂ ਨਿਰਗਲ ਨੇ, ਨਾਲੀ ਦੇ ਵਿੱਚ ਕਦੇ ਸੂਹਣ ਨਹੀਂ ਫੇਰਦੀਆਂ। ਮੁਸ਼ਕ ਬਹੁਤ ਆਉਂਦਾ, ਮੈਂ ਗੰਦਗੀ ਖਾ ਖਾ ਕੇ ਮੁਸ਼ਕ ਖਤਮ ਕਰਦਾ। ਜੇ ਮੈਨੂੰ ਮਾਰਤਾ ਮੁਸ਼ਕ ਆਇਆ ਕਰੂ, ਲੋਕ ਮੇਰੀਆਂ ਨੋਹਾਂ ਨੂੰ ਮਾੜਾ ਕਿਹਾ ਕਰਨਗੇ। ਤੁਸੀਂ ਮੈਨੂੰ ਨਾ ਮਾਰੋ। ਮਰਦਾਨਾ ਕਹਿੰਦਾ ਕੀ ਕਹਿੰਦਾ ਮਹਾਰਾਜ? ਕਹਿੰਦਾ ਇਹਨੇ ਤਾਂ ਹਟਣਾ ਹੀ ਨਹੀਂ ਕਹਿਣੋ। ਖੜਾਮਾਂ ਦੇ ਵਿੱਚੋਂ ਜੋੜਾ ਕੱਢਿਆ, ਆਪ ਦੇ ਸੱਜੇ ਚਰਨ ਦਾ ਗੂਠਾ ਜਦੋਂ ਉਹਦੇ ਸਰੀਰ ਦੇ ਉੱਤੇ ਧਰ ਕੇ ਸਤਿਗੁਰਾਂ ਨੇ ਐਂ ਘੁਮਾਤਾ, ਉਹਦੇ ਵਿੱਚੋਂ ਆਤਮਾ ਨਿਕਲ ਕੇ ਸਤਿਗੁਰਾਂ ਦੇ ਸਾਹਮਣੇ ਖੜ ਗਈ। ਆਤਮਾ ਬੇਨਤੀ ਕਰਦੀ, ਸੱਚਾ ਪਾਤਸ਼ਾਹ ਧੰਨਵਾਦ, ਮੁਕਤੀ ਕੀਤੀ। ਜੇ ਮੈਨੂੰ ਪਤਾ ਹੁੰਦਾ ਇੰਨੀ ਚੰਗੀ ਮੁਕਤੀ, ਉਹ ਭਗਵਾਨ ਦੇ ਰੱਬ ਦੇ ਚਰਨ ਮੈਨੂੰ ਲੱਗ ਜਾਣਗੇ। ਇੰਨੀ ਚੰਗੀ ਮੁਕਤੀ ਮੈਂ ਪਹਿਲੇ ਦਿਨੇ ਮੰਗ ਲੈਂਦਾ। ਕਾਹਨੂੰ ਮੈਂ ਕਦੇ ਕੁੱਤਾ ਬਣਦਾ ਮਹਾਰਾਜ, ਕਦੇ ਬੌਲਦ ਬਣ ਕੇ ਆਪਦੇ ਪੁੱਤ ਤੋਂ ਸੋਟੀਆਂ ਖਾਂਦਾ ਧੁੱਪ ਦੇ ਵਿੱਚ। ਕਾਹਨੂੰ ਮੈਂ ਕਦੇ ਸੱਪ ਬਣ ਕੇ ਆਪਦੇ ਪੁੱਤ ਪੋਤਿਆਂ ਤੋਂ ਸੋਟੀਆਂ ਖਾ ਕੇ ਮਰਦਾ। ਇੰਨੀ ਚੰਗੀ, ਇੰਨੀ ਪਿਆਰੀ ਮੁਕਤੀ ਪਹਿਲਾਂ ਹੀ ਦੇ ਦਿੰਦੇ ਮਹਾਰਾਜ। ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਬਾਰ-ਬਾਰ ਮੁਕਤੀ ਦੇਣ ਆਉਂਦਾ ਸੀ, ਅੜਬ ਬੁੜਿਆ ਤੂੰ ਹੀ ਨਹੀਂ ਮੰਨਿਆ। ਜੇ ਪਹਿਲੇ ਦਿਨ ਹੀ ਮੰਨ ਜਾਂਦਾ, ਨਾਲੇ ਤੇਰਾ ਕੰਮ ਸੌਖਾ, ਨਾਲੇ ਸਾਡਾ ਕੰਮ ਸੌਖਾ ਹੋ ਜਾਂਦਾ। ਇਸ ਕਰਕੇ ਇਹ ਜਿਹੜਾ ਮੋਹ ਹੈ ਨਾ, ਲਿਮਟ ਵਿੱਚ ਰੱਖਣਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਕਹਿੰਦੇ ਨੇ, ਹੇ ਅਜਿਤ ਸੂਰ ਸੰਗਰਾਮੰ
ਅਤ ਬਲਣਾ ਬਹੁ ਮਰਦ ਨੈ, ਹੇ ਨਾ ਜਿੱਤੇ ਜਾਣ ਵਾਲੇ ਮੋਹ, ਤੂੰ ਯੁੱਧ ਦਾ ਸੂਰਮਾ ਹੈ। ਅਨੇਕਾਂ ਮਹਾਬਲੀਆਂ ਨੂੰ ਮਲ ਦੇਣ ਵਾਲਾ, ਖਤਮ ਕਰ ਦੇਣ ਵਾਲਾ ਹੈ। ਗਣ ਗੰਧਰਵ ਦੇਵ ਮਨੁੱਖਿਆਂ, ਪਸ ਪੰਖੀ ਬੇਮੋਹ ਨੈ। ਗਣ ਗੰਧਰਵ ਦੇਵਤੇ, ਮਨੁੱਖ, ਪਸ਼ੂ, ਪੰਛੀ, ਇਹ ਸਾਰਿਆਂ ਦੇ ਵਿੱਚ ਹੀ ਮੋਹ ਇੰਨਾ ਜ਼ਿਆਦੇ ਹੈ। ਅਟੈਚਮੈਂਟ 'ਚ ਹੋਣ ਕਰਕੇ ਮਰ ਮਰ ਕੇ ਜੂਨਾਂ 'ਚ ਜਾਂਦੇ, ਮਰ ਮਰ ਕੇ ਜੂਨਾਂ 'ਚ ਜਾਂਦੇ ਹਨ। ਹਰ ਕਰਨ ਹਾਰੰ ਨਮਸਕਾਰੰ, ਸ਼ਰਨ ਨਾਨਕ ਜਗਦੀਸ਼ਵਰ ਹੈ। ਪਰ ਇਹਦੀ ਮਾਰ ਤੋਂ ਬਚਣ ਵਾਸਤੇ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋ ਰਚਨਹਾਰ ਹੈ, ਕ੍ਰੀਏਟਰ ਆਫ ਗॉड ਹੈ, ਯੂਨੀਵਰਸਲ ਗॉड ਹੈ, ਜਿਸ ਨੇ ਸਾਰੀ ਕ੍ਰੀਏਸ਼ਨ ਕੀਤੀ ਹੈ। हे ਸੱਚੇ ਪਾਤਸ਼ਾਹ, ਜਿਹੜਾ ਕਰੋੜਾਂ ਬ੍ਰਹਿਮੰਡਾਂ ਮਾਲਕ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਸੱਚੇ ਪਾਤਸ਼ਾਹ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਉਹਦਾ ਮੋਹ ਕੱਟ ਦਿੰਦਾ ਹੈ। ਉਹਦਾ ਮੋਹ ਪਰਮੇਸ਼ਰ ਆਪਦੇ ਚਰਨਾਂ ਨਾਲ ਪਾ ਲੈਣਾ ਹੈ। ਉਹਨੂੰ ਦੁੱਖਾਂ ਤੋਂ, ਜਮਾਂ ਦੀਆਂ ਮਾਰਾਂ ਤੋਂ, ਅਜ਼ਰਾਇਲ, ਮੇਗਾਇਲ, ਜਬਰਾਇਲ, ਇਹਨਾਂ ਦੀਆਂ ਮਾਰਾਂ ਤੋਂ ਬਚਾ ਲੈਂਦਾ ਹੈ। ਉਹਨੂੰ ਮੁਕਤ ਅਵਸਥਾ ਦੇ ਦਿੰਦਾ ਹੈ। ਜਿਉਂਦੇ ਜੀਓ ਜੀਵ ਮੁਕਤ ਹੋ ਜਾਂਦਾ ਹੈ, ਮਰ ਕੇ ਤਾਂ ਉਸਨੇ ਮੁਕਤ ਹੋਣਾ ਹੀ ਹੋਣਾ ਹੈ। ਸੋ ਸਾਧ ਸੰਗਤ ਇੱਥੋਂ ਤੱਕ 45 ਸ਼ਲੋਕ ਸਹਿਸਕ੍ਰਿਤੀ ਬਾਣੀ ਦੇ ਆਪਾਂ ਨੇ ਵਿਚਾਰ ਲਏ ਹਨ। ਕੱਲ ਨੂੰ ਇਸੇ ਤਰ੍ਹਾਂ 7 ਵਜੇ ਤੋਂ 8 ਵਜੇ ਤੱਕ ਦੁਬਾਰਾ ਆਪਾਂ ਇਸੇ ਸਥਾਨ ਤੇ ਸੱਚੇ ਪਾਤਸ਼ਾਹ ਜੀ ਦੀ ਨਦਰੇ ਅਨਾਇਤ ਦੇ ਆਪਾਂ ਆਨੰਦ ਕਰਾਂਗੇ, ਭਾਗੀਦਾਰ ਬਣਾਂਗੇ, ਸਤਿਗੁਰਾਂ ਦੀ ਰਹਿਮਤ ਦੇ ਭਾਗੀਦਾਰ ਬਣਾਂਗੇ। ਇਵੇਂ ਕਿਵੇਂ ਲਾਹਾ ਲਵਾਂਗੇ, ਬੋਲਦਿਆਂ ਵਿਚਾਰਦਿਆਂ ਗਲਤੀ ਭੁੱਲ ਚੁੱਕ ਮਾਫ ਕਰਨੀ। ਸੰਤ ਆਸ਼ਰਮ ਮਲੇਸ਼ੀਆ ਟੀਵੀ YouTube ਤੇ ਅਤੇ Facebook ਤੇ ਲਾਈਕ ਕਰ ਲਿਓ, ਤਾਂ ਕਿ ਜਦੋਂ ਵੀ ਆਪਾਂ ਅੱਗੇ ਤੋਂ ਅੱਗੇ ਗੁਰਬਾਣੀ ਦੀ ਕਥਾ ਕਰੀਏ, ਲੜੀ ਜੋੜਨੀ ਹੋਵੇ, ਤਾਂ ਆਪ ਜੀ ਨੂੰ ਅੱਛੇ ਤਰੀਕੇ ਸਿਰ ਇਹ ਕਥਾ ਪ੍ਰਾਪਤ ਹੋ ਸਕੇ। ਜੇ ਤੁਸੀਂ ਪਹਿਲੀਆਂ ਕਥਾ ਵੀ ਸੁਣਨੀਆਂ ਨੇ ਤਾਂ ਇਹਦੇ ਉੱਤੇ YouTube ਚੈਨਲ ਦੇ ਉੱਤੇ ਸਬਸਕ੍ਰਾਈਬ ਕਰ ਲਿਓ, ਸੰਤ ਆਸ਼ਰਮ ਮਲੇਸ਼ੀਆ ਟੀਵੀ, ਅਤੇ Facebook ਦੇ ਉੱਤੇ ਵੀ ਇਸੇ ਤਰ੍ਹਾਂ ਸੰਤ ਆਸ਼ਰਮ ਮਲੇਸ਼ੀਆ ਟੀਵੀ। ਪਿਛਲੇ ਭਾਗ, ਪਹਿਲੇ ਭਾਗ ਤੋਂ ਲੈ ਕਰਕੇ 45ਵੇਂ ਭਾਗ ਤੱਕ, 45ਵੇਂ ਸ਼ਲੋਕ ਤੱਕ ਵਿਚਾਰ ਤੁਸੀਂ ਸੁਣ ਸਕੋਗੇ। ਅਤੇ ਜਿਹੜੀ ਵਿਆਖਿਆ ਅੱਗੇ ਆਪਾਂ ਨੇ ਕਰਨੀ ਹੈ, ਉਹ ਸਾਰੀ ਦੀ ਸਾਰੀ ਕਥਾ ਦਾ ਆਨੰਦ ਲੈ ਸਕੋਗੇ। ਬੋਲਦਿਆਂ ਵਿਚਾਰਦਿਆਂ ਗਲਤੀ ਭੁੱਲ ਚੁੱਕ ਮਾਫ। ਦੇਵੋ ਅਸੀਸ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ